अंबर कन्हर छाया, बरख परे सरताल, चात्रिक ज्यों तरसत रहे, तिनको कौन हवाल। अंबर का मतलब आकाश, कन्हर का मतलब बदल, बरख का मतलब वरस के, सरताल मतलब सरोवर आदिक। कन्हर छाया का मतलब बदल छाया होया है, जो आकाश के अंदर बदल छांदा है। ਤਾਂ ਕਬੀਰ ਜੀ ਕਹਿੰਦੇ ਨੇ ਵਰਖਾ ਰੁੱਤੇ ਬੱਦਲ ਆਕਾਸ਼ ਵਿੱਚ ਚਾਰ ਚੁਫੇਰੇ ਘਟਾਵਾਂ ਬਣ ਕੇ ਚੜ ਆਉਂਦੇ ਨੇ, ਔਰ ਬਰਸਾਤ ਕਰਕੇ ਨਿੱਕੇ ਵੱਡੇ ਸਾਰੇ ਸਰੋਵਰ ਤਲਾਬ ਭਰ ਦਿੰਦੇ ਨੇ। ਚਾਤਰਿਕ ਜਿਉਂ ਤਰਸਤ ਰਹੇ ਤਿਨ ਕੋ ਕੌਣ ਹਵਾਲ। ਪਰ ਚਾਤਰਿਕ ਜਿਹੜਾ ਪਪੀਹਾ ਹੈ, ਚਾਤਰਿਕ ਪਪੀਹ ਹੁੰਦੇ ਨੇ। ਹਵਾਲ ਦਾ ਮਤਲਬ ਹਾਲ। ਪਰ ਪਪੀਹਾ ਫਿਰ ਵੀ ਵਰਖਾ ਦੀ ਬੂੰਦ ਨੂੰ ਤਰਸਦਾ ਔਰ ਕੂਕਦਾ ਰਹਿੰਦਾ ਹੈ। ਫਿਰ ਉਹਦਾ ਕੀ ਹਾਲ ਹੋਏਗਾ, ਕਿਉਂਕਿ ਬਰਸਾਤ ਹੋ ਰਹੀ ਹੈ, ਚਾਰ ਚਫੇਰੇ ਸਰੋਵਰ ਆਦਿਕ ਛੱਪੜ ਆਦਿਕ ਭਰੇ ਪਏ ਨੇ, ਲੇਕਿਨ ਜਿਹੜਾ ਚਾਤਰਿਕ ਹੈ ਉਹ ਹਾਲੇ ਵੀ ਤਰਸ ਰਿਹਾ ਹੈ, ਤਾਂ ਉਹਦਾ ਮੰਦਾ ਹਾਲ ਹੀ ਹੋਏਗਾ। ਹੁਣ ਇੱਥੇ ਜੋ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਚਾਰ ਚੁਫੇਰੇ ਸ਼ੁਭ ਗੁਣ ਵਿਆਪਕ ਨੇ। ਪ੍ਰਭੂ ਜਿਹੜਾ ਹੈ ਚਾਰ ਚੁਫੇਰੇ ਸਰਬ ਵਿਆਪਕ ਹੈ, ਹਰ ਹਿਰਦੇ ਦੇ ਅੰਦਰ ਰਿਹਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰ ਚੁਫੇਰੇ ਚਾਰ ਚੁਫੇਰੇ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਫੈਲੀ ਹੋਈ ਹੈ, ਲੇਕਿਨ ਫਿਰ ਵੀ ਜਿਹੜੇ ਚਾਤਰਿਕ ਦੀ ਤਰ੍ਹਾਂ ਤਰਸਦੇ ਨੇ, ਦੁਖੀ ਨੇ, ਉਹਨਾਂ ਦਾ ਭੈੜਾ ਹਾਲ ਹੀ ਹੈ, ਕਿਉਂਕਿ ਉਹਨਾਂ ਨੇ ਗੁਣਾਂ ਨੂੰ ਅਪਣਾਇਆ ਨਹੀਂ। ਹੁਣ ਇਹ ਚੀਜ਼ ਫਿਰ ਦੁਬਾਰਾ ਸਮਝਣ ਵਾਲੀ ਹੈ। ਆਕਾਸ਼ ਦੇ ਅੰਦਰ ਬੱਦਲ ਛਾ ਜਾਂਦੇ ਨੇ, ਬਰਸਾਤ ਹੁੰਦੀ ਹੈ, ਨਦੀਆਂ ਨਾਲੇ ਉਛਲਦੇ ਨੇ, ਛੱਪੜ ਸਰੋਵਰ ਬੌਲੀਆਂ ਭਰ ਜਾਂਦੇ ਨੇ, ਪਰ ਇੱਕ ਚਾਤਰਿਕ ਜੋ ਪਪੀਹਾ ਹੈ ਉਹ ਫਿਰ ਵੀ ਪਿਆਸਾ ਹੈ। ਹੁਣ ਇੰਨਾ ਪਾਣੀ ਬਰਸਦਿਆਂ ਵੀ ਜੇ ਉਹ ਪਿਆਸਾ ਹੈ ਤਾਂ ਫਿਰ ਉਹਨੂੰ ਕੌਣ ਤ੍ਰਿਪਤ ਕਰ ਸਕਦਾ ਹੈ। ਤਾਂ ਇੱਥੇ ਗੱਲ ਕੇਵਲ ਪਪੀਹੇ ਦੀ ਨਹੀਂ, ਗੱਲ ਇੱਥੇ ਆਮ ਮਨੁੱਖ ਦੀ ਹੋ ਰਹੀ ਹੈ ਕਿ ਚਾਰ ਚੁਫੇਰੇ ਦੇਖੋ ਖੁਸ਼ੀਆਂ ਖੇੜੇ ਨੇ। ਕੋਈ ਵੀ ਐਸਾ ਸਾਧਨ ਨਹੀਂ ਜਿਹੜਾ ਬੰਦੇ ਨੂੰ ਖੁਸ਼ੀ ਵਾਸਤੇ ਚਾਹੀਦਾ ਹੋਏ ਤੇ ਉਹ ਨਾ ਹੋਵੇ। ਦੇਖੋ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਤਾਰੇ ਸਿਆਰੇ ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਮੌਜੂਦ ਨੇ। ਇੱਥੇ ਪਹਾੜ ਨੇ, ਨਦੀਆਂ ਨਾਲੇ ਨੇ, ਦਰਿਆ ਨੇ, ਵਨਸਪਤੀ ਹੈ, ਹਜ਼ਾਰਾਂ ਕਿਸਮ ਦੇ ਫਲ ਔਰ ਫੁੱਲ, ਕਿੰਨਾ ਕੁਛ ਖਾਣ ਪੀਣ ਵਾਸਤੇ ਹੈ। ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਆਦਿਕ ਬੰਦੇ ਦੇ ਕੋਲ ਨੇ, ਚਾਰ ਚੁਫੇਰੇ ਨੇ। ਫਿਰ ਇਸ ਬੰਦੇ ਦੇ ਅੰਦਰ ਪੋਸੀਬਿਲਿਟੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਆਦਿਕ ਸ਼ੁਭ ਗੁਣਾਂ ਨੂੰ ਇਹ ਅਪਣਾ ਸਕਦਾ ਹੈ। ਫਿਰ ਕਿਹੜਾ ਵੱਡਾ ਦਿਮਾਗ ਕੁਦਰਤ ਨੇ ਇਸ ਬੰਦੇ ਨੂੰ ਬਖਸ਼ਿਆ ਹੈ ਕਿ 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਦੀ ਜਿੰਨੀ ਮੈਮਰੀ ਹੈ, ਇੰਨੀ ਜਿਹਦੇ ਦਿਮਾਗ ਦੀ ਮੈਮਰੀ ਦੀਆਂ ਸੀਡੀਜ਼ ਬਣਾਈਆਂ ਜਾਣ ਤਾਂ ਧਰਤੀ ਤੋਂ ਲੈ ਕੇ ਚੰਦਰਮਾ ਤੱਕ ਉੱਚਾ ਢੇਰ ਲੱਗੇ, ਔਰ ਜੇ ਇਹਦੀ ਮੈਮਰੀ ਦੀਆਂ ਬੁੱਕਸ ਲਿਖੀਆਂ ਜਾਣ ਤਾਂ ਪੂਰੀ ਦੁਨੀਆ ਦੇ ਅੰਦਰ ਬੱਚੇ ਬੱਚੇ ਦੇ ਹਿੱਸੇ 15 ਲਾਇਬ੍ਰੇਰੀਆਂ ਆਉਣ। ਇੰਨਾ ਵੱਡਾ ਦਿਮਾਗ ਕੁਦਰਤ ਨੇ ਬਖਸ਼ਿਆ ਹੋਵੇ ਤੇ ਫਿਰ ਵੀ ਇਹ ਬੰਦਾ ਦੁਖੀ ਹੋਵੇ ਤਾਂ ਫਿਰ ਉਹਨੂੰ ਕੌਣ ਸੁਖੀ ਕਰ ਸਕਦਾ ਹੈ। ਤਾਂ ਇੱਥੇ ਹੁਣ ਸਾਡੇ ਦੁੱਖਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਚਾਰ ਚੁਫੇਰੇ ਖੁਸ਼ੀਆਂ ਬਰਸ ਰਹੀਆਂ ਨੇ। ਹਰ ਥਾਂ ਦੇ ਉੱਤੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ। ਦੁਨੀਆ ਵਿੱਚ ਕੋਈ ਵੀ ਐਸਾ ਥਾਂ ਨਹੀਂ ਜਿੱਥੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਨਾ ਹੋ ਸਕਦੇ ਹੋਈਏ। ਕੋਈ ਵੀ ਮਨੁੱਖ ਐਸਾ ਨਹੀਂ ਜੋ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੋ ਸਕਦਾ। ਤੇ ਜੇ ਇਹਨਾਂ ਗੁਣਾਂ ਦਾ ਧਾਰਨੀ ਹੋਵੇ, ਰੱਬੀ ਰਜ਼ਾ ਦੇ ਅੰਦਰ ਤੁਰੇ, ਤਾਂ ਹਰ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਲੇਕਿਨ ਇਹ ਸਾਰਾ ਕੁਝ ਹੁੰਦਿਆਂ ਹੋਇਆ ਇਹ ਦੁਖੀ ਔਰ ਅਸ਼ਾਂਤ ਰਹਿੰਦਾ ਹੈ, ਕਿਉਂਕਿ ਇਸਨੇ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਵਿਕਾਰਾਂ ਵਾਲੇ ਪਾਸੇ ਵਰਤ ਨਰਾਤੇ ਸਰਾਧ ਕਰਮ ਕਾਂਡ ਤੀਰਥ ਯਾਤਰਾਵਾਂ ਪੂਜਾ ਅਰਚਨਾ ਦੇ ਪਾਠ ਪੂਜਾ ਜਾਂ ਸੰਸਾਰ ਦਾ ਤਿਆਗ, ਇਹਨਾਂ ਕਰਮਾਂ ਦੇ ਵਿੱਚ ਉਲਝਿਆ ਹੋਇਆ ਹੈ ਤੇ ਸੱਚ ਦੇ ਨਾਲੋਂ ਇਹ ਟੁੱਟਿਆ ਹੋਇਆ ਹੈ।
ਹੁਣ ਹੁੰਦਿਆਂ ਸੁਣਦਿਆਂ ਜਾਣਦਿਆਂ ਬੁੱਝਦਿਆਂ ਜੇ ਸੱਚ ਨਾਲੋਂ, ਰੱਬੀ ਗੁਨਾਹ ਨਾਲੋਂ, ਸਿਸਟਮ ਨਾਲੋਂ, ਰੱਬੀ ਰਜ਼ਾ ਨਾਲੋਂ ਟੁੱਟ ਜਾਏ ਔਰ ਕਰਮ ਕਾਂਡਾਂ ਦੇ ਅੰਦਰ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰੇ, ਤਾਂ ਐਸੇ ਬੰਦੇ ਨੂੰ ਕੌਣ ਖੁਸ਼ ਔਰ ਸੁਖੀ ਕਰ ਸਕਦਾ ਹੈ। ਤਾਂ ਇੱਥੋਂ ਸਾਨੂੰ ਕਿ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਜੀ ਹੈ, ਫਿਰ ਅਸੀਂ ਸੁਖੀ ਔਰ ਸ਼ਾਂਤ ਹੋ ਸਕਦੇ ਹਾਂ। ਜੇ ਰੱਬੀ ਗੁਨਾਹ ਦੇ ਨਾਲੋਂ ਟੁੱਟੇ ਰਾਂਗੇ ਤਾਂ ਫਿਰ ਉਹ ਚਾਤਰਿਕ ਵਾਲਾ ਹਾਲ ਸਾਡਾ ਹੋਏਗਾ। ਤਾਂ ਇਹਦਾ ਮਤਲਬ ਚਾਰ ਚੁਫੇਰੇ, ਖੁਸ਼ੀਆਂ, ਸੁਖ, ਆਨੰਦ ਪ੍ਰਸ ਮੌਜੂਦ ਹੈ, ਸਿਰਫ ਸਾਨੂੰ ਪਾਤਰ ਬਣਨ ਦੀ ਲੋੜ ਹੈ। ਅਸੀਂ ਆਪਣੀ ਸੁਰਤ ਨੂੰ, ਸੋਚ ਨੂੰ ਬਦਲਣਾ ਹੈ। ਸੋਚ ਬਦਲਦਿਆਂ ਹੀ ਸਾਡੀ ਪੂਰੀ ਦੀ ਪੂਰੀ ਜ਼ਿੰਦਗੀ ਬਦਲ ਜਾਏਗੀ, ਅਸੀਂ ਸੁਖੀ ਔਰ ਸ਼ਾਂਤ ਹੋ ਸਕਾਂਗੇ। ਕਬੀਰ ਚਕਈ ਜੋ ਨਿਸ ਬਿਛੁਰੈ, ਆਏ ਮਿਲੇ ਪ੍ਰਭਾਤ, ਜੋ ਨਰ ਬਿਛੁਰੇ RAM ਸਿਉ, ਨਾ ਦਿਨ ਮਿਲੇ ਨਾ ਰਾਤ। ਤਾਂ ਇਹਨੂੰ ਬਿਛਰੈ ਨਹੀਂ ਪੜਨਾ, ਛੱਛੇ ਦੇ ਥੱਲੇ ਔਂਕੜ ਹੈ, ਔਂਕੜ ਦਾ ਉਚਾਰਨ ਕਰਾਂਗੇ ਬਿਛੁਰੈ। ਤੇ ਬਿਛੁਰੇ ਵੀ ਨਹੀਂ ਪੜਨਾ, ਜਿਸ ਕਰਕੇ ਸਿਹਾਰੀ ਭੁੱਲ ਜਾਏ, ਬਿਹਾਰੀ ਹੈ ਬਿਛੁਰੈ। ਚਕਈ ਚਕਵੀ ਨੂੰ ਕਹਿੰਦੇ ਨੇ। ਤੇ ਇੱਕ ਆਮ ਧਾਰਨਾ ਹੈ, ਇਹ ਖਿਆਲ ਹੈ ਕਿ ਚਕਵੀ ਔਰ ਚਕਵਾ ਰਾਤ ਨੂੰ ਵਿਛੜ ਜਾਂਦੇ ਨੇ ਹਨੇਰੇ ਦੇ ਕਾਰਨ, ਤੇ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਇਹਨਾਂ ਦਾ ਮਿਲਾਪ ਹੋ ਜਾਂਦਾ ਹੈ। ਇਹ ਇੱਕ ਖਿਆਲ ਹੈ। ਹੁਣ ਕਬੀਰ ਜੀ ਕਹਿੰਦੇ ਨੇ, ਜਿਵੇਂ ਚਕਵੀ ਰਾਤ ਨੂੰ ਚਕਵੇ ਤੋਂ ਵਿਛੜ ਜਾਂਦੀ ਹੈ, ਲੇਕਿਨ ਜਦੋਂ ਸਵੇਰ ਹੁੰਦੀ ਹੈ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਹਨੇਰਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਲਾਪ ਦੇ ਅੰਦਰ ਰੁਕਾਵਟ ਬਣਿਆ ਸੀ, ਹਨੇਰਾ ਦੂਰ ਹੋਇਆ ਤਾਂ ਉਹਨਾਂ ਦਾ ਮਿਲਾਪ ਹੋ ਗਿਆ। ਉਹਨਾਂ ਦਾ ਵਿਛੋੜਾ ਸਿਰਫ 4 ਪੈਰ ਦਾ ਹੈ। ਇੱਕ ਧਾਰਨਾ ਹੈ 4 ਪੈਰ ਦਾ ਵਿਛੋੜਾ ਹੈ। ਸੂਰਜ ਨਿਕਲਦਿਆਂ ਹੀ ਚਕਵੀ ਔਰ ਚਕਵੇ ਦਾ ਮਿਲਾਪ ਹੋ ਗਿਆ। ਪਰ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਨਰ ਵਿਛੁਰੇ RAM ਸਿਉ, ਇਹਨੂੰ ਸਿਉ ਨਹੀਂ ਪੜਨਾ, ਸਿਉ, ਵਿਛੁਰੇ, ਜੋ ਨਰ ਵਿਛੁਰੇ RAM ਸਿਉ, ਨਾ ਦਿਨ ਮਿਲੇ ਨਾ ਰਾਤ। ਪਰ ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਇਨਸਾਨ ਰਮੇ ਹੋਏ ਰੱਬ ਨਾਲੋਂ ਵਿਛੜ ਜਾਂਦੇ ਨੇ, RAM ਦਾ ਮਤਲਬ ਰਮਿਆ ਹੋਇਆ, ਜੋ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ, ਜੋ ਹਰ ਇਨਸਾਨ ਦੇ ਅੰਦਰ ਬੋਲ ਰਿਹਾ ਹੈ, ਸਭ ਹੈ ਘਟ RAM ਬੋਲੇ, ਜੋ ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ, ਘਟ ਘਟ ਮੈਂ ਹਰ ਜੂ ਬਸੈ, ਜਿਸ ਦਾ ਰੂਪ ਹਰ ਇਨਸਾਨ ਹੈ ਦਿਸਦਾ ਹੋਇਆ, ਜੋ ਦਿਸੈ ਸੋ ਤੇਰਾ ਰੂਪ। ਆ ਵਿਸ਼ਵ ਸੰਸਾਰ ਜੋ ਦੇਖ ਰਹੇ ਹਾਂ, ਜੋ ਉਸ ਦਾ ਰੂਪ ਹੈ, ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹੁਣ ਜਿਹੜੇ ਉਹਦੇ ਨਾਲੋਂ ਵਿਛੜੇ ਹੋਏ ਨੇ, ਉਹਨਾਂ ਦਾ ਨਾਮ ਮਿਲਾਪ ਦਿਨੇ ਹੁੰਦਾ ਤੇ ਨਾ ਰਾਤ ਨੂੰ ਮਿਲਦੇ ਨੇ, ਉਹ ਸਦਾ ਵਾਸਤੇ ਵਿਛੜੇ ਹੋਏ ਨੇ। ਹੁਣ ਇੱਥੇ RAM ਨਾਲੋਂ ਵਿਛੜਨ ਦਾ ਮਤਲਬ ਰੱਬੀ ਗੁਨਾਹ ਦੇ ਨਾਲੋਂ ਵਿਛੜਨਾ ਹੈ। ਤੇ ਰੱਬੀ ਗੁਨਾਹ ਦੇ ਨਾਲੋਂ ਸਾਡੀ ਸੁਰਤ ਵਿਛੜਦੀ ਹੈ, ਸਾਡੀ ਸੋਚ ਵਿਛੜਦੀ ਹੈ। ਸਾਡੀ ਸੋਚ ਦੇ ਅੰਦਰ ਕਾਮ, ਕ੍ਰੋਧ, ਲੋਭ ਆਦਿਕ ਆ ਜਾਂਦੇ ਨੇ। ਸਾਡੀ ਸੋਚ ਦੇ ਅੰਦਰ, ਬੋਲਾਂ ਅੰਦਰ, ਵਿਹਾਰ ਦੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਆ ਜਾਂਦੇ ਨੇ। ਤੇ ਜਿਹੜੇ ਸ਼ੁਭ ਗੁਨਾਹ ਦੇ ਨਾਲੋਂ ਟੁੱਟ ਗਏ ਨਾ, ਉਹਨਾਂ ਦਾ ਮਿਲਾਪ ਫਿਰ ਰੱਬ ਦੇ ਨਾਲ ਕਦੇ ਵੀ ਨਹੀਂ ਹੁੰਦਾ। ਔਰ ਕੱਲਾ ਰੱਬ ਦੇ ਨਾਲ ਕੀ ਹੋਣਾ ਹੈ, ਗੁਰੂ ਨਾਲੋਂ ਵੀ ਉਹਨਾਂ ਦਾ ਮਿਲਾਪ ਟੁੱਟ ਜਾਂਦਾ ਹੈ। ਜਿਹੜੇ ਆਮ ਰਿਸ਼ਤੇ ਨਾਤੇ ਨੇ, ਇਹਨਾਂ ਨੂੰ ਵੀ ਉਹ ਠੀਕ ਢੰਗ ਦੇ ਨਾਲ ਨਹੀਂ ਨਿਭਾ ਪਾਉਂਦੇ। ਦੇਖੋ ਕਿੰਨੇ ਸਾਰੇ ਸਾਡੇ ਰਿਸ਼ਤੇ ਨਾਤੇ ਟੁੱਟ ਗਏ ਨੇ, ਪਰਿਵਾਰ ਬਿਖਰ ਗਏ ਨੇ। ਕਿਉਂ? ਕਿਉਂਕਿ ਸਾਡੇ ਅੰਦਰ ਗੁਣ ਨਹੀਂ ਰਹੇ। ਜਦੋਂ ਬੰਦੇ ਦੀ ਸੁਰਤ ਗੁਣਾਂ ਨਾਲੋਂ ਟੁੱਟ ਜਾਏ ਨਾ, ਉਦੋਂ ਫਿਰ ਮਿਲਾਪ ਵੀ ਵਿਛੋੜਿਆਂ ਵਿੱਚ ਬਦਲ ਜਾਂਦੇ ਨੇ। ਭੈਣ ਭਰਾ ਹੁੰਦੇ ਨੇ ਲੇਕਿਨ ਉਹਨਾਂ ਦਾ ਮਿਲਾਪ ਨਹੀਂ। ਕਿੰਨੇ ਸਾਰੇ ਭੈਣ ਭਰਾ ਨੇ ਜੋ ਆਪਸ ਵਿੱਚ ਨਹੀਂ ਬੋਲਦੇ, ਕਿੰਨੇ ਭਰਾ ਨੇ ਜਿਨ੍ਹਾਂ ਦਾ ਆਪਸ ਦੇ ਅੰਦਰ ਵਿਰੋਧ ਹੈ, ਕਿੰਨੇ ਧਰਮੀ ਲੋਕ ਨੇ, ਧਾਰਮਿਕ ਅਖਵਾਨ ਵਾਲੇ, ਜੋ ਇੱਕ ਦੂਜਿਆਂ ਦੇ ਸਿਰ ਪਾੜ ਰਹੇ ਨੇ, ਕਤਲ ਕਰ ਰਹੇ ਨੇ। ਕਾਰਨ ਗੁਣਾਂ ਦੇ ਨਾਲੋਂ ਟੁੱਟ ਜਾਣਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਜ਼ਿੰਦਗੀ ਦੇ ਅੰਦਰ ਸਾਡਾ ਸੁੱਖਾਂ ਦੇ ਨਾਲ ਮੇਲ ਮਿਲਾਪ ਬਣਿਆ ਰਹੇ, ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਸਾਨੂੰ ਇਹ ਵੇਖਣਾ ਚਾਹੀਦਾ ਕਿ ਹਰ ਇਨਸਾਨ ਦੇ ਅੰਦਰ ਰੱਬ ਦੀ ਜੋਤ ਹੈ। ਮੈਂ ਦੂਜਿਆਂ ਨਾਲੋਂ ਵੱਡਾ ਔਰ ਮਹਾਨ ਨਹੀਂ ਹਾਂ।
ਦੂਜੇ ਮੇਰੇ ਨਾਲੋਂ ਨਿੱਕੇ ਛੋਟੇ ਨਹੀਂ ਹਨ। ਮੈਂ ਇਨਸਾਨਾਂ ਵਰਗਾ ਇੱਕ ਇਨਸਾਨ ਹਾਂ, ਬਾਕੀ ਇਨਸਾਨ ਵੀ ਮੇਰੇ ਵਰਗੇ ਇਨਸਾਨ ਨੇ। ਜੈਸੀਆਂ ਭਾਵਨਾਵਾਂ ਮੇਰੀਆਂ ਨੇ, ਵੈਸੀਆਂ ਭਾਵਨਾਵਾਂ ਦੂਜਿਆਂ ਦੀਆਂ ਨੇ। ਜਿਹੜਾ ਬੰਦਾ ਐਸੀ ਸੋਚ ਨਾਲੋਂ ਟੁੱਟ ਜਾਂਦਾ ਹੈ, ਉਹਦਾ ਫਿਰ ਮਿਲਾਪ ਨਹੀਂ ਹੁੰਦਾ ਸੁੱਖਾਂ ਦੇ ਨਾਲ, ਰੱਬ ਦੇ ਨਾਲ, ਮਨੁੱਖ ਮਾਤਰ ਦੇ ਨਾਲ। ਉਹ ਦਿਨ ਰਾਤ ਵਿਛੜਿਆ ਹੀ ਰਹਿੰਦਾ ਹੈ, ਕਿਉਂਕਿ ਅਗਿਆਨਤਾ ਕਰਕੇ ਸੀ ਨਾ ਵਿਛੋੜਾ। ਚੱਕਵੀ ਦਿਨੇ ਆ ਮਿਲੀ ਆਪਣੇ ਪਤੀ ਨਾਲ, ਚੱਕਵੇ ਦੇ ਨਾਲ, ਕਿਉਂਕਿ ਹਨੇਰਾ ਖਤਮ ਹੋ ਗਿਆ। ਸਾਡੀ ਜ਼ਿੰਦਗੀ ਵਿੱਚ ਵੀ ਮਿਲਾਪ ਹੋ ਸਕਦਾ ਹੈ ਜੇ ਹਨੇਰਾ ਖਤਮ ਹੋਵੇ ਅਗਿਆਨਤਾ ਦਾ, ਬੇਸਮਝੀ ਦਾ, ਤੇ ਬੰਦਾ ਆਪਣੇ ਅਗਿਆਨਤਾ ਦੇ ਹਨੇਰੇ ਨੂੰ ਸਾਰੀ ਜ਼ਿੰਦਗੀ ਹੀ ਦੂਰ ਨਹੀਂ ਕਰਦਾ। ਤੇ ਜਿਸ ਨੇ ਗੁਰੂ ਗਿਆਨ ਦੀ ਰੋਸ਼ਨੀ ਹਾਸਲ ਨਹੀਂ ਕੀਤੀ, ਗੁਰੂ ਤੋਂ ਵਿਵੇਕ ਬੁੱਧ ਹਾਸਲ ਨਹੀਂ ਕੀਤੀ, ਜਿਨਨੇ ਕਾਮਨ ਸੈਂਸ ਪ੍ਰਾਪਤ ਨਹੀਂ ਕੀਤੀ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਨਹੀਂ ਅਪਣਾਇਆ, ਉਹਦੀ ਜ਼ਿੰਦਗੀ ਦੇ ਅੰਦਰ ਬੇਸਮਝੀ ਹੈ, ਅਗਿਆਨਤਾ ਹੈ। ਨਾ ਉਹਦਾ ਦਿਨੇ ਮਿਲਾਪ ਹੁੰਦਾ, ਨਾ ਰਾਤ ਨੂੰ ਮਿਲਾਪ ਹੁੰਦਾ। ਉਹ ਦਿਨ ਰਾਤ ਦੁੱਖਾਂ ਦੇ ਅੰਦਰ ਹੀ, ਵਿਛੋੜੇ ਦੇ ਅੰਦਰ ਹੀ ਗੁਜ਼ਾਰ ਦਿੰਦਾ। ਇਸ ਲਈ ਸਾਨੂੰ ਜ਼ਰੂਰਤ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੋਵੇ, ਅਸੀਂ ਰੱਬ ਵਰਗੇ ਹੋ ਕੇ ਜੀ ਸਕੀਏ, ਇੱਕ ਦੂਜੇ ਦੇ ਨਾਲ ਸਾਡਾ ਰੱਬ ਵਰਗਾ ਮਿਲਵਰਤਨ, ਪਿਆਰ ਮੁਹੱਬਤ ਹੋਵੇ, ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਹੋਵੇ, ਤਾਂ ਸਾਨੂੰ ਆਪਣੀ ਅਗਿਆਨਤਾ ਖਤਮ ਕਰਨੀ ਚਾਹੀਦੀ ਹੈ, ਗਿਆਨ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ। ਕਬੀਰ ਰੈਨਾਇਰ ਵਿਛੋਰਿਆ, ਰਹੁਰੇ ਸੰਖ ਮਝੂਰ, ਦੇਵਲ ਦੇਵਲ ਤਾਹੜੀ, ਦੇਸ ਹੈ ਉਗਵਤ ਸੂਰ। ਰੈਨਾਇਰ ਦਾ ਮਤਲਬ ਹੈਗਾ ਸਮੁੰਦਰ, ਰੈਨਾਇਰ। ਮਝੂਰ ਦਾ ਮਤਲਬ ਹੈ ਸਮੁੰਦਰ ਦੇ ਵਿੱਚ ਹੀ। ਤੇ ਸੰਖ ਤੁਸੀਂ ਸਮਝਦੇ ਹੋ, ਜੋ ਸੰਖ ਵਜਾਇਆ ਜਾਂਦਾ ਹੈ ਮੰਦਰਾਂ ਵਿੱਚ। ਦੇਵਲ ਦੇਵਲ ਦਾ ਮਤਲਬ ਹੈਗਾ ਮੰਦਰ, ਦੇਵਤੇ ਦਾ ਘਰ, ਠਾਕੁਰ ਦੁਆਰਾ। ਦੇਸੇ ਦਾ ਮਤਲਬ ਦੇਵੇਗਾ। ਤਹਾੜੀ ਦਾ ਮਤਲਬ ਡਰਾਵਣੀ ਢਾਹ ਮਾਰਨੀ। ਜਿਵੇਂ ਕੋਈ ਬੰਦਾ ਮਰਦਾ ਹੈ ਨਾ, ਤਾਂ ਪੁਰਾਣੇ ਸਮਿਆਂ ਵਿੱਚ, ਪਿਛਲੇ ਸਮਿਆਂ ਵਿੱਚ, ਅੱਜ ਵੀ ਆਮ ਥਾਵਾਂ ਤੇ ਪਿੰਡਾਂ ਦੇ ਅੰਦਰ ਲੋਕ ਇੱਕ ਢਾਹ ਮਾਰਦੇ ਨੇ, ਖਾਸ ਕਰਕੇ ਜਦੋਂ ਉਸ ਦੀ ਲਾਸ਼ ਨੂੰ ਘਰ ਚੋਂ ਉਠਾਉਂਦੇ ਨੇ ਉਦੋਂ ਵੀ, ਔਰ ਜਦੋਂ ਰਾਸਤੇ ਦੇ ਅੰਦਰ ਉਹ ਘੜਾ ਵਗੈਰਾ ਭੰਨਣ ਦੀ ਉਹ ਕਰਦੇ ਨੇ ਇੱਕ ਮਨਮਤ ਜੀ, ਉਦੋਂ ਵੀ ਢਾਹ ਮਾਰਨੀ, ਉੱਚੀ ਸਾਰੀ ਭਿਆਨਕ ਜੀ ਆਵਾਜ਼ ਦੇ ਵਿੱਚ ਰੋਣਾ। ਉਗਵਤ ਦਾ ਮਤਲਬ ਜਦੋਂ ਉੱਗੇਗਾ, ਸੂਰ ਦਾ ਮਤਲਬ ਸੂਰਜ, ਤਹਾੜੀ ਦਾ ਮਤਲਬ ਡਰਾਵਣੀ ਢਾਹ। ਹੁਣ ਕਬੀਰ ਜੀ ਸੰਖ ਦਾ ਪ੍ਰਮਾਣ ਲੈ ਕੇ ਸਾਨੂੰ ਸਮਝਾ ਰਹੇ ਨੇ। ਸੰਖ ਆਮ ਕਰਕੇ ਸਮੁੰਦਰਾਂ ਵਿੱਚੋਂ ਨਿਕਲਦੇ ਨੇ। ਹੁਣ ਕਬੀਰ ਜੀ ਕਹਿੰਦੇ ਨੇ, ਕਬੀਰ ਰੈਨਾਇਰ ਵਿਛੋਰਿਆ। ਵਿਛੋਰਿਆ ਦਾ ਮਤਲਬ ਵਿਛੜਿਆ ਹੋਇਆ, ਕਿ ਇਹ ਸਮੁੰਦਰ ਦੇ ਨਾਲੋਂ ਵਿਛੜੇ ਹੋਏ ਸੰਖ, ਰਹੁਰੇ ਸੰਖ ਮਝੂਰ, ਕਿ ਇਹ ਸੰਖ ਸਮੁੰਦਰ ਦੇ ਵਿੱਚ ਟਿਕਿਆ ਰਹੋ, ਬਾਹਰ ਨਾ ਨਿਕਲ। ਲਹਿਰਾਂ ਦੇ ਨਾਲ ਸੰਖ ਬਾਹਰ ਆ ਜਾਂਦਾ ਨਾ। ਕਬੀਰ ਜੀ ਕਹਿੰਦੇ ਨੇ ਸੰਖ ਨੂੰ, ਕਿ ਸੰਖ ਤੂੰ ਸਮੁੰਦਰ ਦੇ ਵਿੱਚ ਹੀ ਟਿਕਿਆ ਰਹੋ। ਹੁਣ ਸੰਖ ਕਹਿੰਦਾ ਹੈ ਕਿ ਸਮੁੰਦਰ ਵਿੱਚ ਤਾਂ ਮੈਂ ਗਹਿਰੇ ਤਲ ਵਿੱਚ ਪਿਆ, ਇੱਥੇ ਮੇਰੀ ਵੈਲਿਊ ਕੀ ਹੈ? ਮੈਂ ਬਾਹਰ ਨਿਕਲਾਂਗਾ, ਮੈਨੂੰ ਕੋਈ ਪੁਜਾਰੀ ਉਠਾਏਗਾ, ਉਹ ਮੈਨੂੰ ਧੋ ਮਾਂਜ ਕੇ ਸਾਫ਼ ਕਰੇਗਾ, ਮੇਰੀ ਪੂਜਾ ਕਰੇਗਾ, ਚੰਗੇ ਕੱਪੜੇ ਵਿੱਚ ਵਲੇਟ ਕੇ ਰੱਖੇਗਾ, ਧੂਪ ਬੱਤੀ ਦੇਵੇਗਾ, ਮੇਰੀ ਵੈਲਿਊ ਬਣੇਗੀ। ਪਰ ਕਬੀਰ ਜੀ ਸਮਝਾ ਰਹੇ ਨੇ, ਭਲੇ ਪੁਰਸ਼ਾ, ਵੈਲਿਊ ਨਹੀਂ ਬਣੇਗੀ ਜੇ ਸਮੁੰਦਰ ਚੋਂ ਬਾਹਰ ਆ ਗਿਆ। ਤਾਂ ਦੇਵਲ ਦੇਵਲ ਤਹਾੜੀ, ਦੇਸੈ ਉਗਵਤ ਸੂਰ, ਕਿ ਜਦੋਂ ਸੂਰਜ ਚੜ੍ਹੇਗਾ, ਸਵੇਰ ਦਾ ਸਮਾਂ ਹੋਵੇਗਾ, ਤਾਂ ਤੂੰ ਮੰਦਰਾਂ ਦੇ ਅੰਦਰ ਡਰਾਉਣੀਆਂ ਢਾਹਾਂ ਮਾਰੇਗਾ, ਰੋਵੇਂਗਾ, ਤੈਨੂੰ ਰੋਣਾ ਪਵੇਗਾ, ਕਲਪਨਾ ਪਵੇਗਾ। ਤਾਂ ਇੱਥੇ ਇੱਕ ਸੰਖ ਦੀ ਕੇਵਲ ਇੱਕ ਮਿਸਾਲ ਲਈ ਹੈ, ਪ੍ਰਮਾਣ ਲਿਆ ਹੈ। ਸਮੁੰਦਰ ਕੌਣ ਹੈ? ਪ੍ਰਭੂ ਜਿਹੜਾ ਹੈ ਉਹ ਸਮੁੰਦਰ ਹੈ ਗੁਣਾਂ ਦਾ। ਹੁਣ ਕਬੀਰ ਜੀ ਕਹਿੰਦੇ ਨੇ ਕਿ ਇਹ ਮਨ ਜਾਂ ਇਹ ਮਨੁੱਖ ਰੱਬ ਦੇ ਅੰਦਰ ਟਿਕਿਆ ਰਹੋ, ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਜੋੜੀ ਰੱਖ, ਰੱਬੀ ਰਜ਼ਾ ਦੇ ਅੰਦਰ, ਰੱਬੀ ਗੁਣਾਂ ਦੇ ਅੰਦਰ ਟਿਕਿਆ ਰਹੋ। ਜੇ ਤੂੰ ਇਸ ਗੁਣਾਂ ਦੇ ਸਮੁੰਦਰ ਤੋਂ ਬਾਹਰ ਆ ਜਾਏਗਾ,
ਤਾਂ ਫਿਰ ਤੂੰ ਟਾਹਾਂ ਮਾਰੇਗਾ, ਦਰ ਦਰ ਦੇ ਅੱਗੇ ਤੂੰ ਰੋਂਦਾ ਫਿਰੇਗਾ, ਤੇਰੀ ਜ਼ਿੰਦਗੀ ਦੇ ਅੰਦਰ ਦੁੱਖ ਆ ਜਾਣਗੇ, ਅਸ਼ਾਂਤੀ ਆ ਜਾਏਗੀ ਜੇ ਤੂੰ ਵਿਕਾਰਾਂ ਵਿੱਚ ਫਸ ਜਾਏਗਾ। ਤਾਂ ਅੱਜ ਅਸੀਂ ਦੇਖਦੇ ਹਾਂ ਆਮ ਮਨੁੱਖ ਦੀ ਜ਼ਿੰਦਗੀ ਜੋ ਬਹੁਤਾਤ ਗਿਣਤੀ ਹੈ, ਜੋ ਲੋਕ ਸੱਚ ਦੇ ਨਾਲੋਂ ਟੁੱਟ ਗਏ ਨੇ। ਕੋਈ ਕਾਮ ਦੇ ਦਰ ਅੱਗੇ ਰੋ ਰਿਹਾ ਹੈ, ਕੋਈ ਕ੍ਰੋਧ ਦੇ ਦਰਵਾਜ਼ੇ ਅੱਗੇ ਕਲਪਦਾ ਹੈ, ਕੋਈ ਮੋਹ ਦੇ ਅਧੀਨ ਰੋ ਰਿਹਾ ਹੈ, ਔਰ ਕੋਈ ਲਾਲਚ ਦੇ ਅਧੀਨ ਰੋ ਰਿਹਾ ਹੈ, ਕੋਈ ਈਰਖਾ ਔਰ ਦੁਆਸ਼ ਦੇ ਅੰਦਰ ਰੋ ਰਿਹਾ ਹੈ। ਤਾਂ ਕਬੀਰ ਜੀ ਸਾਨੂੰ ਸੰਖ ਦਾ ਉਦਾਹਰਣ ਲੈ ਕੇ ਸਮਝਾ ਰਹੇ ਹਨ ਕਿ ਜਿਵੇਂ ਸੰਖ ਸਮੁੰਦਰ ਚੋਂ ਆਣ ਕੇ ਬਾਹਰ ਧਾਹਾਂ ਮਾਰਦਾ ਰੋਂਦਾ ਕਲਪਦਾ ਹੈ, ਇਸੇ ਤਰ੍ਹਾਂ ਜੋ ਵੀ ਇਨਸਾਨ ਸੱਚ ਨਾਲੋਂ, ਪ੍ਰਭੂ ਨਾਲੋਂ, ਰੱਬੀ ਗੁਣਾਂ ਨਾਲੋਂ, ਰੱਬੀ ਰਜ਼ਾ ਨਾਲੋਂ ਟੁੱਟ ਜਾਏਗਾ, ਉਹ ਵਿਕਾਰਾਂ ਕਰਕੇ ਜ਼ਿੰਦਗੀ ਦੇ ਅੰਦਰ ਢਾਹਾਂ ਮਾਰੇਗਾ, ਭਾਵ ਕਿ ਰੋਵੇਗਾ, ਉਹਦੀ ਜ਼ਿੰਦਗੀ ਕਲਪਦਿਆਂ ਬੀਤੇਗੀ, ਉਹਦੇ ਜੀਵਨ ਦੇ ਅੰਦਰ ਦੁੱਖ ਔਰ ਅਸ਼ਾਂਤੀ ਬਣੇ ਰਹਿਣਗੇ। ਇਸ ਲਈ ਜੇ ਚਾਹੁੰਦਾ ਹੈ ਕਿ ਤੇਰੀ ਜ਼ਿੰਦਗੀ ਵਿੱਚ ਦੁੱਖ ਅਸ਼ਾਂਤੀ ਨਾ ਆਵੇ, ਤਾਂ ਗੁਣਾਂ ਦੇ ਸਾਗਰ ਪ੍ਰਭੂ ਦੇ ਨਾਲ ਜੁੜਿਆ ਰਹੋ, ਰੱਬੀ ਗੁਣਾਂ ਦੀ ਯਾਦ ਵਿੱਚ ਜੁੜਿਆ ਰਹੋ। ਹਰ ਕਾ ਸਿਮਰਨ ਛਾੜ ਕੇ ਤੇ ਤੂੰ ਆ ਵਰਤ ਨਰਾਤੇ ਸਰਾਧ ਇਹਨਾਂ ਚੱਕਰਾਂ ਦੇ ਵਿੱਚ ਨਾ ਪੈ, ਰੱਬੀ ਗੁਣਾਂ ਦੇ ਨਾਲ ਜੁੜਿਆ ਰਹੋ। ਕਬੀਰ ਸੂਤਾ ਕਿਆ ਕਰਹਿ, ਇਥੇ ਬਿੰਦੀ ਲਗਾ ਕੇ ਪੜਾਂਗੇ ਕਰਹਿ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਪੈ ਦੁਖ, ਜਾਕਾ ਬਾਸਾ ਗੋਰ ਮਹਿ, ਸੋ ਕਿਉਂ ਸੋਵੈ ਸੁਖ। ਕਬੀਰ ਜੀ ਕਹਿੰਦੇ ਨੇ ਕਿ ਇਹ ਮਨੁੱਖ ਸੁੱਤਾ ਹੋਇਆ ਕੀ ਕਰਦਾ ਹੈ? ਜਾਗ, ਰੋਏ ਦਾ ਮਤਲਬ ਯਤਨ ਕਰ, ਭੈ ਔਰ ਦੁੱਖਾਂ ਤੋਂ ਦੂਰ ਨਿਕਲਣ ਦਾ। ਜਿਹੜੇ ਭੈ ਔਰ ਦੁੱਖ ਨੇ, ਬੰਦਾ ਭੈ ਦੇ ਵਿੱਚ ਜੀ ਰਿਹਾ ਹੈ, ਦੁੱਖਾਂ ਵਿੱਚ ਜੀ ਰਿਹਾ ਹੈ, ਜ਼ਿੰਦਗੀ ਦੇ ਅੰਦਰ ਤੌਖਲੇ ਨੇ, ਜ਼ਿੰਦਗੀ ਦੇ ਅੰਦਰ ਚਿੰਤਾਵਾਂ ਨੇ, ਲੇਕਿਨ ਇਹ ਅਗਿਆਨਤਾ ਦੇ ਅੰਦਰ ਹੈ, ਸੁੱਤਾ ਹੋਇਆ ਹੈ। ਸੌਣ ਦਾ ਮਤਲਬ ਇਹ ਨਹੀਂ ਕਿ ਸਰੀਰਕ ਤੌਰ ਤੇ ਸੌਣਾ। ਦੇਖੋ, ਜੋ ਆਮ ਨੀਂਦ ਹੈ ਮਨੁੱਖ ਨੂੰ ਚਾਹੀਦੀ ਹੈ 6 ਤੋਂ ਲੈ ਕੇ 8 ਘੰਟੇ ਤੱਕ, 6-7 ਘੰਟੇ ਆਮ ਬੰਦੇ ਨੂੰ ਨੀਂਦ ਚਾਹੀਦੀ ਹੈ ਤੰਦਰੁਸਤ ਰਹਿਣ ਵਾਸਤੇ। ਥੋੜਾ ਬਹੁਤਾ ਵੱਧ ਘੱਟ ਸਮਾਂ ਹੋ ਸਕਦਾ ਹੈ। ਜੇ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਵੀ ਬੰਦਾ ਰੋਗੀ ਮੰਨਿਆ ਜਾਏਗਾ, ਤੇ ਜੇ ਨੀਂਦ ਨਹੀਂ ਆਉਂਦੀ ਤਾਂ ਵੀ ਬੰਦਾ ਰੋਗੀ ਮੰਨਿਆ ਜਾਏਗਾ। ਇਹ ਇੱਕ ਵੱਖਰਾ ਟੌਪਿਕ ਹੈ। ਇੱਥੇ ਇਸ ਨੀਂਦ ਦੀ ਗੱਲ ਨਹੀਂ ਹੈ, ਇੱਥੇ ਅਗਿਆਨਤਾ ਦੀ ਨੀਂਦ ਦੀ ਗੱਲ ਹੈ ਕਿ ਕਿਉਂ ਗਾਫਲ ਹੋ ਕੇ ਸੁੱਤਾ ਹੋਇਆ ਹੈ। ਤੂੰ ਅਗਿਆਨਤਾ ਵਸ ਬੇਸਮਝੀ ਦੇ ਕਾਰਨ ਐਸੇ ਕਰਮ ਕਰ ਰਿਹਾ ਹੈ ਜਿਨ੍ਹਾਂ ਕਰਮਾਂ ਕਰਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਨੇ, ਤੇਰੀ ਜ਼ਿੰਦਗੀ ਵਿੱਚ ਅਸ਼ਾਂਤੀ ਹੈ, ਤੇਰੇ ਜੀਵਨ ਵਿੱਚ ਚਿੰਤਾ ਹੈ, ਝੋਰੇ ਨੇ, ਭੈ ਹੈ, ਦੁੱਖ ਹੈ। ਇਸ ਲਈ ਜਾਗ, ਸੁਚੇਤ ਹੋ, ਗਿਆਨ ਦੀ ਵਰਤੋਂ ਕਰ ਔਰ ਦੁੱਖਾਂ ਤੋਂ ਬਚਣ ਦਾ ਯਤਨ ਕਰ। ਜਾਕਾ ਬਾਸਾ ਗੋਰ ਮਹਿ, ਸੋ ਕਿਉਂ ਸੋਵੈ ਸੁਖ। ਕਿ ਜਿਹਦਾ ਵਾਸਾ ਇਹੋ ਜੀ ਮੜੀ ਦੇ ਵਿੱਚ ਹੋਵੇ। ਇੱਥੇ ਗੋਰ ਕਹਿ ਰਹੇ ਨੇ ਚਿੰਤਾ ਆਦਿਕ ਦੀ ਜਿਹੜੀ ਮੜੀ ਹੈ, ਹਨੇਰੀ ਡੂੰਗੀ ਥਾਂ, ਦੁਨੀਆ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ ਜਿਹੜੀ ਮੜੀ ਹੈ ਨਾ, ਕਬਰ ਡੂੰਗੀ ਕੱਢਦੇ ਨੇ ਜਿਹਦੇ ਵਿੱਚ ਮੁਰਦੇ ਨੂੰ ਰੱਖ ਦਿੱਤਾ ਜਾਂਦਾ ਹੈ। ਡੂੰਗੀ ਵੀ ਹੈ, ਹਨੇਰੀ ਵੀ ਹੈ। ਤੇ ਇੱਥੇ ਡੂੰਗੀ ਕਬਰ ਜਾਂ ਗੋਰ ਦਾ ਮਤਲਬ ਹੈ ਸਹਿਮਾਂ ਭਰੀ ਜ਼ਿੰਦਗੀ, ਅਗਿਆਨਤਾ ਭਰੀ ਜ਼ਿੰਦਗੀ। ਜਿਸ ਦਾ ਵਾਸ ਅਗਿਆਨਤਾ ਭਰੀ, ਸਹਿਮ ਭਰੀ ਜ਼ਿੰਦਗੀ ਜਿਹਦਾ ਵਾਸਾ ਹੋਵੇ, ਸੋਚ ਹੋਵੇ ਜਿਹਦੀ, ਉਹ ਸੁੱਖ ਦੇ ਨਾਲ ਕਿਵੇਂ ਸੌਂ ਸਕਦਾ ਹੈ? ਸੌਣ ਦਾ ਮਤਲਬ ਉਹ ਸੁੱਖ ਦੇ ਵਿੱਚ ਕਿਵੇਂ ਟਿਕ ਸਕਦਾ ਹੈ, ਸੁੱਖਾਂ ਨੂੰ ਕਿਵੇਂ ਮਾਣ ਸਕਦਾ ਹੈ? ਜਿਸ ਦਾ ਵਾਸਾ ਹੀ ਅਗਿਆਨਤਾ ਦੇ ਵਿੱਚ ਹੋਵੇ, ਜਿਹਦਾ ਵਾਸਾ ਹੀ ਚਿੰਤਾ ਦੇ ਵਿੱਚ ਹੋਵੇ। ਆਮ ਪੰਜਾਬੀ ਕਹਾਵਤ ਹੈ ਨਾ, ਚਿੰਤਾ ਤੇ ਚਿਖਾ ਇੱਕ ਬਰਾਬਰ ਹੁੰਦੇ ਨੇ। ਸਗੋਂ ਚਿੰਤਾ ਚਿਖਾ ਨਾਲੋਂ ਵੀ ਮਾੜੀ ਮੰਨੀ ਗਈ ਹੈ। ਚਿਖਾ ਤੇ ਰੱਖੀ ਹੋਈ ਲਾਸ਼ ਤਾਂ ਇੱਕ ਵਾਰੀ ਰੱਖੀਏ ਤੇ ਅੱਗ ਲਾਇਆ ਸੜ ਜਾਂਦੀ ਹੈ, ਇੱਕੋ ਵਾਰੀ ਸਾੜ ਕੇ ਖਤਮ ਕਰ ਦਿੰਦੀ ਹੈ। ਪਰ ਚਿੰਤਾ ਤੇ ਬੰਦੇ ਨੂੰ ਰੋਜ਼ ਸਾੜਦੀ ਹੈ। ਚਿੰਤਾ ਤਾਂ ਬੰਦੇ ਨੂੰ ਹਰ ਵਕਤ ਪਰੇਸ਼ਾਨ ਕਰਦੀ ਹੈ। ਕਿਵੇਂ ਬੰਦਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ, ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜਿਹਦਾ ਵਾਸਾ, ਜਿਹਦੀ ਸੁਰਤ, ਜਿਹਦੀ ਸੋਚ ਇਹੋ ਜਿਹੀ ਅਗਿਆਨਤਾ ਭਰੀ ਮੜੀ ਵਿੱਚ ਹੋਵੇ,
ਸਹਿਮਾਂ ਦੇ ਵਿੱਚ ਹੋਵੇ, ਉਹ ਕਿਵੇਂ ਸੁਖੀ ਔਰ ਸ਼ਾਂਤ ਸੌਂ ਸਕਦਾ ਹੈ। ਇਸ ਲਈ ਸੁਚੇਤ ਹੋ, ਜਾਗ, ਗੁਰੂ ਗਿਆਨ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਔਰ ਆਪਣੇ ਦੁੱਖਾਂ ਨੂੰ ਦੂਰ ਕਰਨ ਦਾ ਯਤਨ ਕਰ। ਇਸ ਚਿੰਤਾ ਦੀ ਮੜੀ ਚੋਂ ਬਾਹਰ ਆ। ਇਹ ਦੁੱਖਾਂ ਭਰੀ ਜਲਾਲਤ ਵਾਲੀ, ਅਗਿਆਨਤਾ ਵਾਲੀ ਜ਼ਿੰਦਗੀ ਚੋਂ ਬਾਹਰ ਨਿਕਲ। ਜੇ ਐਸੀ ਸੋਚ ਦੇ ਅੰਦਰ ਤੂੰ ਰਹੇਗਾ ਤਾਂ ਤੇਰੇ ਜੀਵਨ ਵਿੱਚ ਸੁੱਖ ਨਹੀਂ ਰਹਿਣਗੇ। ਇਸ ਲਈ ਐਸੀ ਸੋਚ ਵਿੱਚੋਂ ਬਾਹਰ ਆ ਔਰ ਆਪਣੇ ਦੁੱਖਾਂ ਨੂੰ, ਚਿੰਤਾਵਾਂ ਨੂੰ ਦੂਰ ਕਰਨ ਦਾ ਯਤਨ ਕਰ। ਤਾਂ ਇਥੋਂ ਸਾਨੂੰ ਜੋ ਜ਼ਿੰਦਗੀ ਜੀਣ ਲਈ ਸੇਧ ਮਿਲ ਰਹੀ ਹੈ ਉਹ ਇਹ ਹੈ ਕਿ ਜੇ ਅਸੀਂ ਅਗਿਆਨਤਾ ਵਸ ਕਰਮ ਕਰਦੇ ਹਾਂ ਤਾਂ ਉਹਨਾਂ ਕਰਮਾਂ ਦਾ ਰਿਜ਼ਲਟ ਸੁਖ ਰੂਪ ਵਿੱਚ ਨਹੀਂ ਨਿਕਲੇਗਾ। ਕਿ ਅਸੀਂ ਵਿਚਾਰਾਂ ਰੋਜ਼ ਕਰ ਰਹੇ ਹਾਂ, ਜਿੰਨੇ ਵੀ ਆ ਕਰਮ ਕਾਂਡ ਅਸੀਂ ਕਰਦੇ ਹਾਂ, ਜੇ ਵਿਖਾਵੇ ਦੀ ਪਾਠ ਪੂਜਾ ਹੈ, ਵਿਖਾਵੇ ਦੀਆਂ ਜੇ ਸਮਾਧੀਆਂ ਨੇ, ਵਿਖਾਵੇ ਦੀ ਮਾਲਾ ਫੇਰਨੀ ਹੈ, ਤਿਆਗ ਹੈ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਔਰ ਜਪ ਤਪ ਸੰਜਮ ਹੈ, ਪੁੱਠੇ ਸਿੱਧੇ ਸਾਹ ਲੈਣੇ ਨੇ, ਜਾਂ ਹੋਰ ਉਲਟੇ ਸਿੱਧੇ ਜੋ ਕਰਮ ਨੇ, ਕਰਮ ਕਾਂਡ ਕਰਨੇ, ਇਹਨਾਂ ਕਰਮ ਕਾਂਡਾਂ ਦੇ ਨਾਲ ਤੇ ਨਾ ਜ਼ਿੰਦਗੀ ਦਾ ਵਿਕਾਸ ਹੋਣਾ ਹੈ, ਨਾ ਜੀਵਨ ਵਿੱਚ ਸ਼ਾਂਤੀ ਆਣੀ ਹੈ, ਨਾ ਸਮਾਜ ਦਾ ਕੁਝ ਸਵਰਨਾ ਹੈ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜੋ ਬੰਦਾ ਈਰਖਾ, ਦਵੇਸ਼, ਵੈਰ, ਵਿਰੋਧ, ਐਸੇ ਪਾਪ ਕਰਮ ਕਰ ਰਿਹਾ ਹੈ, ਜਿਹਦੀ ਸੋਚ ਇਹਨਾਂ ਕਰਮਾਂ ਵਿੱਚ ਹੈ, ਤਾਂ ਇਸ ਸੋਚ ਦੇ ਨਾਲ ਵੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਨਹੀਂ ਆ ਸਕਦੀ। ਤਾਂ ਇਸ ਲਈ ਕਬੀਰ ਜੀ ਕਹਿੰਦੇ ਨੇ, ਭਾਈ ਸੁਚੇਤ ਹੋ, ਇਹਨਾਂ ਕਰਮ ਕਾਂਡਾਂ ਚੋਂ, ਵਿਖਾਵੇ ਦੇ ਕੰਮਾਂ ਚੋਂ ਬਾਹਰ ਆਓ। ਜੇ ਇਹਨਾਂ ਔਰ ਪਾਪਾਂ ਵਿਕਾਰਾਂ ਦੀ ਮੜੀ ਵਿੱਚ ਪੈ ਰਹੋਗੇ, ਅਗਿਆਨਤਾ ਵਾਲੀ ਜਹਾਨ ਵਾਲੀ ਜੀਵੋਗੇ, ਤਾਂ ਜ਼ਿੰਦਗੀ ਅੰਦਰ ਸੁੱਖ ਨਹੀਂ ਪੈਦਾ ਹੋਏਗਾ। ਅਗਲਾ ਬਚਨ ਕਰਦੇ ਨੇ ਕਿ ਜਾਗ ਕੇ ਕਰਨਾ ਕੀ ਕਬੀਰ, ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋੜ ਪਸਾਰ। ਇਹਨੂੰ ਵੀ ਪੜਾਂਗੇ, ਕਬੀਰ ਸੂਤਾ ਕਿਆ ਕਰਹਿ ਪੜਾਂਗੇ, ਜਪਹਿ ਪੜਾਂਗੇ, ਔਰ ਸੁੱਤਾ ਨਹੀਂ ਪੜਾਂਗੇ, ਸੂਤਾ, ਜੋ ਕਿ ਸੱਸੇ ਥੱਲੇ ਦੁਲੈਂਕੜ ਨੇ। ਉੱਠ ਕੇ ਦਾ ਮਤਲਬ ਉੱਠ ਕੇ, ਉੱਠ ਦੇ ਠੱਠੇ ਨਾਲ ਸਿਹਾਰੀ, ਇਹਦਾ ਮਤਲਬ ਉੱਠ ਕੇ ਯਾਨੀ ਸੁਚੇਤ ਹੋ ਕੇ। ਅੱਗੇ ਜੋ ਕੱਲਾ ਕੇ ਹੈ, ਇਹਦਾ ਮਤਲਬ ਹੈ ਕਿਉਂ। ਕਿਉਂ ਨਾ ਜਪੇ ਮੁਰਾਰ ਦਾ ਮਤਲਬ ਕਿਉਂ ਨਹੀਂ ਰੱਬ ਨੂੰ ਯਾਦ ਕਰਦਾ। ਮੁਰਾਰ ਸ਼ਬਦ ਬਣਿਆ ਹੈ ਮੁਰ, ਰਾਖਸ਼ ਨੂੰ ਖਤਮ ਕਰਨ ਵਾਲੇ ਤੋਂ, ਤੇ ਇੱਥੇ ਮੁਰਾਰ ਦਾ ਮਤਲਬ ਹੈ ਅਕਾਲ ਪੁਰਖ ਪ੍ਰਭੂ। ਤਾਂ ਕਬੀਰ ਜੀ ਕਹਿੰਦੇ ਹਨ ਕਿ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਹੈ, ਬੇਸਮਝੀ ਵਾਲੀ ਜ਼ਿੰਦਗੀ ਕਿਉਂ ਬਿਤਾ ਰਹੇ ਹੈ, ਬੇਸਮਝੀ ਵਾਲੀ ਜ਼ਿੰਦਗੀ ਦੇ ਅੰਦਰ ਕਿਉਂ ਸਮਾਂ ਗੁਜ਼ਾਰ ਰਹੇ ਹੈ। ਉੱਠ ਕੇ, ਜਾਗ ਕੇ ਯਾਨੀ ਸੁਚੇਤ ਹੋ ਕੇ, ਗਿਆਨ ਦੀ ਵਰਤੋਂ ਕਰਕੇ, ਜੋ ਰਾਖਸ਼ੀ ਬਿਰਤੀਆਂ ਨੂੰ ਮਾਰਨ ਵਾਲਾ ਪ੍ਰਭੂ ਹੈ, ਉਹਨੂੰ ਕਿਉਂ ਨਹੀਂ ਜਾਣਦਾ। ਜਪੇ ਦਾ ਮਤਲਬ ਜਾਣਨਾ, ਸਮਝਣਾ। ਉਹਦੇ ਨਾਲ ਆਪਣੀ ਜਾਣ ਪਛਾਣ ਕਿਉਂ ਨਹੀਂ ਬਣਾਉਂਦਾ, ਉਹਦੇ ਗੁਣਾਂ ਨੂੰ ਕਿਉਂ ਨਹੀਂ ਗਾਉਂਦਾ। ਰੱਬ ਨੂੰ ਮੁਰਾਰ ਤਾਂ ਕਹਿ ਰਹੇ ਨੇ ਕਿਉਂਕਿ ਰਾਖਸ਼ੀ ਬਿਰਤੀਆਂ ਨੂੰ ਮਾਰਨ ਵਾਲਾ ਹੈ। ਬੰਦੇ ਦੇ ਅੰਦਰ ਲੋਭ ਹੈ, ਕ੍ਰੋਧ ਹੈ, ਮੋਹ ਹੈ, ਇਹ ਸਾਰੀਆਂ ਰਾਖਸ਼ੀ ਬਿਰਤੀਆਂ ਨੇ, ਔਰ ਇਹਨਾਂ ਰਾਖਸ਼ੀ ਬਿਰਤੀਆਂ ਕਰਕੇ ਹੀ ਇਨਸਾਨ ਨਹੀਂ ਰਿਹਾ। ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਜੋ ਲੋਕ ਰੱਬੀ ਗੁਣਾਂ ਨਾਲੋਂ ਟੁੱਟ ਜਾਂਦੇ ਨੇ, ਔਗਣਾਂ ਵਾਲੀ ਜ਼ਿੰਦਗੀ ਬਿਤਾਉਂਦੇ ਨੇ, ਉਹ ਲੋਕ, ਉਹਨਾਂ ਦਾ ਸਰੀਰ ਤੇ ਬਚਦਾ ਹੁੰਦਾ, ਪਰ ਕਰਤੂਤਾਂ ਪਸ਼ੂਆਂ ਵਾਲੀਆਂ ਹੁੰਦੀਆਂ ਨੇ। ਕਰਮ ਨੇ ਨਾ, ਬੰਦਾ ਰਾਖਸ਼ ਵੀ ਹੋ ਸਕਦਾ ਹੈ ਔਰ ਬੰਦਾ ਦੇਵੀ ਗੁਣਾਂ ਵਾਲਾ ਚੰਗਾ ਇਨਸਾਨ ਵੀ ਹੋ ਸਕਦਾ ਹੈ। ਜੇ ਚੰਗੇ ਕਰਮ ਕਰਦਾ ਹੈ ਤਾਂ ਇਹ ਇਨਸਾਨ ਹੈ, ਔਰ ਜੇ ਇਹ ਮਾੜੇ ਕਰਮ ਕਰਦਾ ਹੈ ਤਾਂ ਫਿਰ ਇਹ ਰਾਖਸ਼ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਤੇਰੀ ਜ਼ਿੰਦਗੀ ਚੋਂ ਰਾਖਸ਼ੀ ਬਿਰਤੀਆਂ ਖਤਮ ਹੋ ਸਕਦੀਆਂ ਨੇ ਜੇ ਤੂੰ ਰੱਬੀ ਗੁਣਾਂ ਨੂੰ ਜਾਣੇ, ਸਮਝੇ, ਅਪਣਾਵੇਂ। ਫਾਰ ਐਗਜ਼ਾਮਪਲ, ਝੂਠ ਇੱਕ ਰਾਖਸ਼ੀ ਬਿਰਤੀ ਹੈ ਤੇ ਸੱਚ ਦੈਵ ਬਿਰਤੀ ਹੈ। ਜਦੋਂ ਅਸੀਂ ਸੱਚ ਬੋਲਾਂਗੇ ਤਾਂ ਝੂਠ ਆਟੋਮੈਟਿਕਲੀ ਖਤਮ ਹੋ ਜਾਏਗਾ। ਈਰਖਾ, ਵੈਰ, ਵਿਰੋਧ, ਇਹ ਰਾਖਸ਼ੀ ਬਿਰਤੀ ਹੈ, ਪਰ ਜਦੋਂ ਅਸੀਂ ਪ੍ਰੇਮ ਦੇ ਧਾਰਨੀ ਹੋਵਾਂਗੇ ਤਾਂ ਇਹ ਈਰਖਾ, ਦਵੇਸ਼ ਆਟੋਮੈਟਿਕਲੀ ਖਤਮ ਹੋ ਜਾਣਗੇ।
ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਮਨੁੱਖ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਹੈ, ਕਿਉਂ ਜਹਾਲਤ ਵਾਲੀ ਜ਼ਿੰਦਗੀ ਬਿਤਾ ਰਿਹਾ ਹੈ। ਸੁਚੇਤ ਹੋ ਔਰ ਰੱਬੀ ਗੁਣਾਂ ਨੂੰ ਗਾ, ਕਿਉਂ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਲਾਂਬੇ ਗੋਡ ਦਾ ਮਤਲਬ ਲੰਬੇ ਗੋਡੇ ਪਸਾਰ ਕੇ, ਸੋਵਨ ਹੋਏਗੋ ਦਾ ਮਤਲਬ ਸदैवी ਨੀਂਦ ਆ ਜਾਏਗੀ। ਇੱਕ ਦਿਨ ਤੇਰੇ ਸਰੀਰ ਨੇ ਮਰ ਜਾਣਾ ਹੈ, ਲੰਮੇ ਗੋਡੇ ਪਸਾਰ ਕੇ ਸੌਣ ਤੇ ਜਾਣਾ ਹੀ ਹੈ ਸਦਾ ਵਾਸਤੇ। ਔਰ ਐਸੀ ਨੀਂਦ ਆਏਗੀ ਕਿ ਫਿਰ ਉਥੋਂ ਨਾ ਤੈਨੂੰ ਕੋਈ ਜਗਾ ਸਕੇਗਾ ਤੇ ਨਾ ਹੀ ਤੂੰ ਜਾਗ ਸਕੇਗਾ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਤੱਕ ਇਹ ਜ਼ਿੰਦਗੀ ਹੈ ਨਾ, ਇਸ ਜ਼ਿੰਦਗੀ ਨੂੰ ਸ਼ੁਭ ਗੁਣਾਂ ਦੇ ਨਾਲ ਗੁਜ਼ਾਰੋ। ਤੇ ਦੂਜੀ ਗੱਲ ਇਹ ਸਮਝ ਲੈਣਾ ਕਿ ਜੇ ਸ਼ੁਭ ਗੁਣਾਂ ਦੇ ਨਾਲ ਨਾ ਜੁੜੇ ਤਾਂ ਫਿਰ ਆਤਮਿਕ ਮੌਤ ਹੋ ਜਾਏਗੀ, ਇਨਸਾਨੀਅਤ ਅੰਦਰੋਂ ਮਰ ਜਾਏਗੀ। ਤੂੰ ਸਦਾ ਵਾਸਤੇ ਇਨਸਾਨੀਅਤ ਨੂੰ ਆਪਣੇ ਅੰਦਰੋਂ ਗਵਾ ਲਵੇਂਗਾ। ਜੇ ਬੰਦਾ ਸਾਰੀ ਜ਼ਿੰਦਗੀ ਔਗਣਾ ਵਾਲਾ ਜੀਵਨ ਹੀ ਬਿਤਾਉਂਦਾ ਰਹੇ ਤਾਂ ਆਖਿਰ ਉਹ ਮੁਰਦੇ ਵਾਲੀ ਜ਼ਿੰਦਗੀ ਜੀ ਰਿਹਾ ਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦੇ ਗੁਣ ਵਸ ਗਏ, ਅਸਲੀ ਇਨਸਾਨੀ ਜ਼ਿੰਦਗੀ ਉਹ ਜੀ ਰਿਹਾ। ਜਿਨੇ ਰੱਬੀ ਗੁਣਾਂ ਨੂੰ ਵਿਸਾਰਿਆ ਹੈ ਉਹ ਕੋਈ ਇਨਸਾਨੀ ਜ਼ਿੰਦਗੀ ਨਹੀਂ ਜੀ ਰਿਹਾ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਔਰ ਗੁਰਬਾਣੀ ਦੇ ਅੰਦਰ ਤਾਂ ਗੁਰੂ ਜੀ ਨੇ ਜੀਵਨ ਔਰ ਮੌਤ ਦਾ ਜੋ ਪੈਮਾਨਾ ਨਿਸ਼ਚਿਤ ਕੀਤਾ ਹੈ ਉਹ ਹੈ ਹੀ ਇਹ ਕਿ ਮਰਣੰ ਬਿਸਰਣੰ ਗੋਬਿੰਦੈ, ਰੱਬੀ ਗੁਣਾਂ ਨੂੰ ਭੁਲਾ ਦੇਣਾ ਮੌਤ ਹੈ। ਮਰਣੰ ਬਿਸਰਣੰ ਗੋਬਿੰਦੈ, ਜੀਵਨ ਕੀ ਹੈ? ਹਰੀ ਦੇ ਗੁਣਾਂ ਨੂੰ ਗਾਣਾ ਜੀਵਨ ਹੈ। ਇਸ ਲਈ ਕਬੀਰ ਜੀ ਸਾਨੂੰ ਇੱਥੇ ਸੰਦੇਸ਼ ਦੇ ਰਹੇ ਨੇ ਕਿ ਅਗਿਆਨਤਾ ਦੀ ਨੀਂਦ ਵਿੱਚ ਐਵੇਂ ਸੁੱਤੇ ਨਾ ਰਹੋ, ਸੁਚੇਤ ਹੋਵੋ। ਕਿਉਂਕਿ ਜੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਰਹੋਗੇ ਤਾਂ ਆਤਮਿਕ ਮੌਤ ਹੋ ਜਾਏਗੀ, ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ। ਜੀਵਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਇਸ ਲਈ ਸਾਰੀ ਜ਼ਿੰਦਗੀ ਸ਼ੁਭ ਗੁਣਾਂ ਦੇ ਨਾਲ ਜੀਵਨ ਬਤੀਤ ਕਰੋ। ਕਬੀਰ ਸੂਤਾ ਕਿਆ ਕरें, बैठा रहो और जाग, जाके संग ते बिछुरा, ताही के संग लाग। ਇਹ ਵਿਛੜਾ ਨਹੀਂ ਪੜਾਂਗੇ, ਵਿਛੁਰਾ ਛੱਛੇ ਥਲੇ ਔਂਕੜ ਹੈ। ਜਾਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਸੂਤਾ ਕਿਆ ਕरें ਦਾ ਮਤਲਬ ਅਗਿਆਨਤਾ ਦੇ ਅੰਦਰ ਕਿਉਂ ਜ਼ਿੰਦਗੀ ਬਿਤਾ ਰਿਹਾ ਹੈ, ਕਿਉਂ ਗਫਲਤ ਦੀ ਜ਼ਿੰਦਗੀ ਬਿਤਾ ਰਿਹਾ ਹੈ, ਕਿਉਂ ਅਚੇਤ ਹੋਇਆ ਹੈ। ਬੈਠਾ ਰਹੋ ਦਾ ਮਤਲਬ ਸਾਵਧਾਨ ਹੋ, ਸੁਚੇਤ ਹੋ। ਜਾਗ ਦਾ ਮਤਲਬ ਗਿਆਨ ਦੀ ਵਰਤੋਂ ਕਰ। ਕਬੀਰ ਜੀ ਕਹਿੰਦੇ ਨੇ ਕਿ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਐਵੇਂ ਉਮਰ ਅਜਾਈ ਗਵਾ ਰਿਹਾ ਹੈ। ਹੁਸ਼ਿਆਰ ਹੋ, ਮਮਤਾ ਦੇ ਹੁਲਾਰੇ ਵੱਲੋਂ ਸੁਚੇਤ ਰਹੋ। ਬੈਠਾ ਰਹੋ ਦਾ ਮਤਲਬ ਟਿਕਿਆ ਰਹੋ ਸੱਚ ਦੇ ਅੰਦਰ। ਜਾਗ ਦਾ ਮਤਲਬ ਸੁਚੇਤ ਹੋ। ਅਗਿਆਨਤਾ ਦੀ ਨੀਂਦ ਵਿੱਚ ਨਾ ਸੁੱਤਾ ਰਹੋ, ਸਗੋਂ ਸੁਚੇਤ ਹੋ ਔਰ ਗਿਆਨ ਰਾਹੀਂ ਰੱਬੀ ਗੁਣਾਂ ਦੇ ਵਿੱਚ ਹਮੇਸ਼ਾ ਟਿਕਿਆ ਰਹੋ। ਔਰ ਟਿਕਣਾ ਜਾਂ ਜਾਗਣਾ ਹੈ ਕਿ ਇਹ ਕਰਨਾ ਕੀ ਹੈ? ਜਾ ਕੇ ਸੰਗ ਤੇ ਵਿਛੁਰਾ। ਜਿਸ ਪ੍ਰਭੂ ਦੀ ਯਾਦ ਤੋਂ ਤੂੰ ਵਿਛੜਿਆ ਹੋਇਆ ਹੈ, ਤਾਹੀ ਕੇ ਸੰਗ ਲਾਗ, ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ। ਜਿਨ੍ਹਾਂ ਗੁਣਾਂ ਤੋਂ, ਰੱਬੀ ਗੁਣਾਂ ਤੋਂ ਟੁੱਟਿਆ ਹੋਇਆ ਹੈ, ਉਹਨਾਂ ਰੱਬੀ ਗੁਣਾਂ ਦੇ ਨਾਲ ਜੁੜ। ਰੱਬ ਦੀ ਰਜ਼ਾ ਦੇ ਨਾਲ ਜੁੜ। ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰ। ਇਨਸਾਨ ਹੋਣ ਦੇ ਨਾਤੇ ਤੇਰਾ ਫਰਜ਼ ਬਣਦਾ ਹੈ ਕਿ ਤੂੰ ਸੱਚ ਵਾਲੀ ਜ਼ਿੰਦਗੀ ਜੀਵੇਂ, ਇਨਸਾਨੀਅਤ ਵਾਲੀ ਜ਼ਿੰਦਗੀ ਜੀਵੇਂ, ਨਿਰਭੈਤਾ ਨਿਰਵੈਰਤਾ ਤੇਰੇ ਅੰਦਰ ਹੋਵੇ, ਮੁਹੱਬਤ ਹੋਵੇ। ਇਹਨਾਂ ਗੁਣਾਂ ਦੇ ਨਾਲੋਂ ਤੂੰ ਟੁੱਟਿਆ ਹੋਇਆ ਹੈ। ਇਹਨਾਂ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰ। ਤੇ ਜੇ ਇਹਨਾਂ ਗੁਣਾਂ ਦੇ ਨਾਲ ਜੁੜਨ ਦਾ ਯਤਨ ਨਹੀਂ ਕਰਦਾ ਤਾਂ ਤੇਰੀ ਜ਼ਿੰਦਗੀ ਬੇਕਾਰ ਹੈ ਨਾ। ਤਾਂ ਹੁਣ ਇਹ ਪਾਵਨ ਬਾਣੀ ਜੋ ਹੈ ਸਾਡੇ ਵਾਸਤੇ ਇੱਕ ਕਸਵੱਟੀ ਹੈ ਜੀਵਨ ਨੂੰ ਪਰਖਣ ਵਾਸਤੇ। ਇਹ ਕੇਵਲ ਇੱਕ ਕੰਨ ਰਸ ਨਹੀਂ ਹੈ ਕਿ ਮੈਂ ਕਹੀ ਜਾਵਾਂ ਔਰ ਤੁਸੀਂ ਸੁਣੀ ਜਾਓ। ਇਹ ਹੈ ਜੀਵਨ ਨੂੰ ਪਰਖਣ ਵਾਸਤੇ। ਮੈਂ ਵੀ ਔਰ ਤੁਸੀਂ ਵੀ, ਸਾਰੇ ਵੀਰਾਂ ਭੈਣਾਂ ਨੇ, ਅਸੀਂ ਹਰ ਪਾਵਨ ਪੰਕਤੀ ਰਾਹੀਂ
ਆਪਣੇ ਜੀਵਨ ਦੀ ਪੜਚੋਲ ਕਰਨੀ ਹੈ। ਅਰਥ ਭਾਵ ਅਸੀਂ ਸੁਣ ਲੈ, ਹੁਣ ਮੈਂ ਦੇਖਣਾ ਹੈ ਆਪਣੇ ਜੀਵਨ ਵੱਲ ਕਿ ਮੈਂ ਕਿਹੜੇ ਕਿਹੜੇ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਹਾਂ, ਮੇਰੇ ਅੰਦਰ ਕਿਹੜੇ ਔਗਣ ਨੇ, ਮੈਂ ਕਿਹੜੇ ਔਗਣਾਂ ਨੂੰ ਦੂਰ ਕਰਕੇ ਗੁਣਾਂ ਦੇ ਨਾਲ ਜੁੜਨਾ ਹੈ। ਜੇ ਮੈਂ ਐਸਾ ਨਹੀਂ ਕਰਦਾ ਤਾਂ ਮੇਰਾ ਜੀਵਨ ਬੇਕਾਰ ਹੋ ਜਾਏਗਾ, ਵਿਅਰਥ ਹੋ ਜਾਏਗਾ। ਇਸੇ ਤਰ੍ਹਾਂ ਤੁਸੀਂ ਵੀ, ਹੋਰ ਵੀ ਸਾਰੀ ਦੁਨੀਆ ਨੇ ਆਪਣੇ ਜੀਵਨ ਨੂੰ ਪਰਖਣਾ ਹੈ, ਸੈਲਫ ਐਨਾਲਿਸਿਸ ਕਰਨੀ ਹੈ, ਸਵਾਧਿਆਇ ਕਰਨਾ ਹੈ, ਆਪਣੇ ਆਪ ਨੂੰ ਪਰਖਣਾ ਹੈ, ਪੜਚੋਲਣਾ ਹੈ। ਇਸੇ ਨੂੰ ਹੀ ਗੁਰੂ ਜੀ ਕਹਿੰਦੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਤੇ ਜਿਨ੍ਹਾਂ ਗੁਣਾਂ ਦੇ ਨਾਲੋਂ ਟੁੱਟਿਆ ਉਹਨਾਂ ਗੁਣਾਂ ਦੇ ਨਾਲ ਅਸਾਂ ਜੁੜਨਾ ਹੈ, ਤਾਂ ਹੀ ਅਸੀਂ ਇਨਸਾਨ ਅਖਵਾਨ ਦੇ ਹੱਕਦਾਰ ਹਾਂ। ਤਾਂ ਹੀ ਸਾਡੇ ਜੀਵਨ ਦੀਆਂ, ਸਾਡੇ ਸੰਸਾਰ ਦੀਆਂ, ਸਮਾਜ ਦੀਆਂ ਜੋ ਸਮੱਸਿਆਵਾਂ ਨੇ ਉਹ ਹੱਲ ਹੋ ਸਕਦੀਆਂ ਨੇ। ਅਗਲਾ ਬਚਨ ਕਰਦੇ ਨੇ ਕਿ ਹੁਣ ਜਾਗਣਾ ਹੈ, ਗੁਣਾਂ ਦੇ ਧਾਰਨੀ ਹੋਣਾ ਹੈ, ਐਸੀ ਸੋਚ ਬਣਾਣੀ ਹੈ। ਇਹ ਤਾਂ ਸਮਝ ਆ ਗਈ, ਪਰ ਹੁਣ ਐਸੀ ਸੋਚ ਮਿਲੇ ਕਿੱਥੋਂ, ਐਸੀ ਸੋਚ ਬਣਾਈਏ ਕਿਵੇਂ, ਉਹਦੇ ਵਾਸਤੇ ਸਾਧਨ ਕੀ ਹੈ। ਅਗਲੇ ਇਸ ਸ਼ਲੋਕ ਵਿੱਚ ਦੱਸ ਰਹੇ ਨੇ, ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਇਹਨੂੰ ਪੁਨੀਤ ਨਹੀਂ ਪੜਨਾ, ਪੱਪੇ ਦੇ ਉੱਤੇ ਜੋ ਟਿੱਪੀ ਹੈ ਉਹਦੀ ਵੀ ਆਵਾਜ਼ ਆਏਗੀ ਪੁਨੀਤ। ਸੰਤ ਕੀ ਗੈਲ ਨਾ ਛੋੜੀਐ, ਗੈਲ ਦਾ ਮਤਲਬ ਹੁੰਦਾ ਹੈ ਰਾਸਤਾ। ਇਧਰ ਰਾਜਸਥਾਨ ਜਾਈਏ ਨਾ, ਭਰਤਪੁਰ ਧੌਲਪੁਰ ਵੱਲ, ਤਾਂ ਉਧਰ ਰਾਸਤੇ ਨੂੰ ਗੈਲ ਕਹਿੰਦੇ ਨੇ ਕਿ ਇਹ ਗੈਲ ਕਹਾਂ ਨੂੰ ਜਾਏਗੀ। ਤਾਂ ਸੰਤ ਦਾ ਮਤਲਬ ਇੱਥੇ ਹੈ ਗੁਰੂ। ਇੱਥੇ ਸੰਤ ਦਾ ਮਤਲਬ ਕੋਈ ਡੇਰੇਦਾਰ ਬਾਬਾ ਨਹੀਂ, ਸੰਤ ਦਾ ਮਤਲਬ ਗੁਰੂ। ਗੈਲ ਮਤਲਬ ਛੱਡੋ ਨਾ। ਮਾਰਗ, ਮਾਰਗ ਦਾ ਗੱਗੇ ਦੇ ਨਾਲ ਸਿਹਾਰੀ ਹੈ। ਜੇ ਮਾਰਗ ਦੇ ਗੱਗੇ ਥੱਲੇ ਔਂਕੜ ਹੁੰਦਾ ਤਾਂ ਇਹ ਮੇਲ ਜੈਂਡਰ ਬਣ ਜਾਣਾ ਸੀ, ਸਿੰਗੂਲਰ। ਹੁਣ ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਰਾਸਤੇ ਵਿੱਚ, ਰਾਸਤੇ ਤੇ, ਰਸਤੇ ਉੱਤੇ। ਲਾਗਾ ਜਾਓ ਦਾ ਮਤਲਬ ਤੁਰਿਆ ਚੱਲ, ਲੱਗਾ ਚੱਲ, ਤੁਰਿਆ ਚੱਲ। ਕਬੀਰ ਜੀ ਕਹਿੰਦੇ ਨੇ, ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ, ਉਹਦੇ ਨਾਲ ਲੱਗਣ ਵਾਲਾ ਉਦਮ, ਜਾਗਣ ਵਾਲਾ ਉਦਮ, ਰੱਬੀ ਗੁਣਾਂ ਦੇ ਨਾਲ ਜੁੜਨ ਵਾਲਾ ਉਦਮ, ਅਗਿਆਨਤਾ ਦੀ ਨੀਂਦ ਵਿੱਚੋਂ ਜਾਗਣ ਵਾਲਾ ਜਿਹੜਾ ਉਦਮ ਹੈ ਨਾ ਕਰਨਾ ਹੈ, ਤਾਂ ਫਿਰ ਉਹ ਰਸਤਾ ਨਾ ਛੱਡ ਜਿਹੜਾ ਗੁਰੂ ਦਾ ਰਸਤਾ ਹੈ। ਗੁਰੂ ਦੇ ਦੱਸੇ ਰਸਤੇ ਦੇ ਉੱਤੇ ਤੁਰਦਾ ਚੱਲ। ਯਾਨੀ ਜੇ ਅਸੀਂ ਜਾਗਣਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਅੰਦਰੋਂ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਆਪਣੇ ਜੀਵਨ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਪੈਦਾ ਕਰਨੀ ਹੈ, ਤਾਂ ਉਹਦੇ ਵਾਸਤੇ ਇੱਕੋ ਹੀ ਨਿਯਮ ਹੈ ਕਿ ਗੁਰੂ ਦੇ ਰਾਸਤੇ ਨੂੰ ਨਹੀਂ ਛੱਡਣਾ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੈ। ਜੋ ਸਾਨੂੰ ਪਾਵਨ ਬਾਣੀ ਵਿੱਚ ਥਾਂ ਥਾਂ ਤੇ ਸੰਦੇਸ਼ ਦਿੱਤਾ ਜਾਂਦਾ ਹੈ, ਆਦੇਸ਼ ਦਿੱਤਾ ਜਾਂਦਾ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਦੋਂ ਅਸੀਂ ਗੁਰੂ ਦੇ ਬਚਨਾਂ ਤੇ ਅਮਲ ਕਰਾਂਗੇ ਤਾਂ ਇਹ ਗੁਰੂ ਦੇ ਬਚਨ, ਰੱਬ ਦੀ ਸਿੱਖਤ ਸਲਾਹ ਸਾਡੀ ਜ਼ਿੰਦਗੀ ਦੇ ਅੰਦਰ ਹੈਰਾਨ ਕਰ ਦੇਣ ਵਾਲੀ ਤਬਦੀਲੀ ਲਿਆ ਦੇਵੇਗੀ। ਇਸ ਲਈ ਗੁਰੂ ਦਾ ਰਾਹ ਨਹੀਂ ਛੱਡਣਾ। ਔਰ ਗੁਰੂ ਦੇ ਰਾਹ ਦਾ ਮਤਲਬ ਕਰਮ ਕਾਂਡ ਨਹੀਂ ਹਨ। ਦੇਖੋ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ, ਮਨ, ਬਚਨ ਔਰ ਕਰਮ ਕਰਕੇ ਗੁਰਮਤ ਦੇ ਧਾਰਨੀ ਹੋਣਾ। ਜਿਹੜੀਆਂ ਅਸੀਂ 6 ਗੱਲਾਂ ਲਿਖ ਕੇ ਵੀ ਵਿਚਾਰੀਆਂ ਹੋਈਆਂ ਨੇ ਸਾਰੇ ਵੀਰਾਂ ਭੈਣਾਂ ਨੇ, ਉਹਨਾਂ 6 ਬਚਨਾਂ ਦੇ ਉੱਤੇ ਅਮਲ ਕਰਨਾ ਹੈ। ਯਾਨੀ ਇਸ ਰਾਸਤੇ ਨੂੰ ਛੱਡਣਾ ਨਹੀਂ। ਤੇ ਗੁਰੂ ਦੇ ਰਾਹ ਤੇ ਤੁਰਿਆ ਕੀ ਹੋਏਗਾ? ਪੇਖਤ ਹੀ ਪੁਨੀਤ ਹੋਏ। ਗੁਰੂ ਦੇ ਦਰਸ਼ਨ ਕਰਦਿਆਂ ਮਨ ਜਿਹੜਾ ਹੈ ਪੁਨੀਤ ਹੋ ਜਾਏਗਾ। ਭੇਟਤ ਜਪੀਏ ਨਾਉ, ਤੇ ਗੁਰੂ ਦੇ ਨਾਲ ਜਦੋਂ ਅਸੀਂ ਮਿਲਾਂਗੇ
ਜਪੀਏ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਇੱਥੇ ਜਪੀਏ ਦਾ ਮਤਲਬ ਜਾਣ ਲਵਾਂਗੇ। ਨਾਉ ਦਾ ਮਤਲਬ ਨਿਆਂ, ਹੁਕਮ। ਅਸੀਂ ਰੱਬ ਦੇ ਹੁਕਮ ਨੂੰ ਜਾਣ ਲਵਾਂਗੇ। ਸਾਨੂੰ ਇਹ ਸਮਝ ਆ ਜਾਏਗੀ ਕਿ ਰੱਬੀ ਹੁਕਮ ਪੂਰੀ ਦੁਨੀਆ ਦੇ ਉੱਤੇ ਕੰਮ ਕਰ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗੁਰਬਾਣੀ ਰਾਹੀਂ ਸਾਨੂੰ ਸਮਝ ਆ ਜਾਏਗੀ ਕਿ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਤੇ ਹੁਕਮ ਦਾ ਮਤਲਬ ਹੈ ਸਿਸਟਮ, ਲਾ ਆਫ ਨੇਚਰ। ਜੋ ਇਸ ਕੁਦਰਤ ਤੇ ਨਿਯਮ ਨਿਯਮਾਵਲੀ ਨੇ, ਉਹਨਾਂ ਦੀ ਸਾਨੂੰ ਸਮਝ ਆਏਗੀ ਕਿ ਅਸੀਂ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਕਰ ਸਕਦੇ। ਹੁਕਮ ਦੇ ਅੰਦਰ ਰਹਿਣਾ ਹੀ ਸੁੱਖਾਂ ਦਾ ਰਾਜ ਹੈ। ਹੁਕਮ ਤੋਂ ਬਾਹਰ ਜਾਣਾ ਹੀ ਸਾਡੇ ਦੁੱਖਾਂ ਦੀ ਸ਼ੁਰੂਆਤ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹੁਣ ਪੇਖਤ ਹੀ ਪੁਨੀਤ ਹੋਏ। ਗੁਰੂ ਦੇ ਦਰਸ਼ਨ ਅਸਾਂ ਕਿਵੇਂ ਕਰਦੇ ਨੇ, ਇਹ ਗੱਲ ਸਮਝਣ ਵਾਲੀ ਹੈ। ਗੁਰੂ ਜੀ ਦਾ ਪਾਵਨ ਬਚਨ ਹੈ। ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਨਾ, ਦਸਾਂ ਪਾਤਸ਼ਾਹਾਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਹੈ ਗੁਰੂ ਦਾ ਦਰਸ਼ਨ, ਦਰਸ਼ਨ ਦੀਦਾਰ ਨਹੀਂ, ਪਾਠ ਦੀਦਾਰ। ਗੁਰਬਾਣੀ ਦਾ ਪਾਠ ਪੜਨਾ, ਸ਼ੁੱਧ ਉਚਾਰਨ, ਵਿਸ਼ਰਾਮ, ਉਸ ਤੋਂ ਬਾਅਦ ਗੁਰਬਾਣੀ ਦੇ ਅਰਥ, ਜਿਹੜੇ ਸ਼ਬਦਾਰਥ ਹੈ, ਸਰਲਾਰਥ ਹੈ, ਫਿਰ ਭਾਵਾਰਥ ਹੈ, ਔਰ ਫਿਰ ਪਾਵਨ ਬਾਣੀ ਤੇ ਅਮਲ ਕਰਨਾ। ਇਹ ਹੈ ਗੁਰੂ ਦਾ ਦਰਸ਼ਨ। ਹੁਣ ਇਹ ਦਰਸ਼ਨ ਕਿੰਨੇ ਕਰਨਾ ਹੈ? ਸਾਡੀ ਸੁਰਤ ਨੇ। ਤੇ ਸਾਡੀ ਸੁਰਤ ਜਿਹੜੀ ਹੈ, ਮੈਂਟੈਲਿਟੀ, ਮਾਨਸਿਕਤਾ ਹੈ, ਉਹ ਪੁਨੀਤ ਹੋ ਜਾਏਗੀ ਜਦੋਂ ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਅਪਣਾਵਾਂਗੇ। ਤੇ ਜਦੋਂ ਅਸੀਂ ਗੁਰੂ ਦੇ ਨਾਲ ਮਿਲਾਂਗੇ, ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਦਿਆਂਗੇ, ਤਾਂ ਸਾਨੂੰ ਰੱਬੀ ਹੁਕਮ ਦੀ ਸਮਝ ਆ ਜਾਏਗੀ ਔਰ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਸਕਾਂਗੇ। ਇਸ ਲਈ ਕਬੀਰ ਜੀ ਕਹਿੰਦੇ ਨੇ, ਗੁਰੂ ਦੇ ਰਾਸਤੇ ਨੂੰ ਨਾ ਛੱਡੋ, ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਜਾਓ, ਤੁਸੀਂ ਪੁਨੀਤ ਹੋ ਜਾਓਗੇ, ਪਤਿਤ ਤੋਂ ਪੁਨੀਤ ਹੋ ਜਾਓਗੇ ਔਰ ਤੁਹਾਨੂੰ ਹੁਕਮ ਦੀ ਸੂਝ ਸਮਝ ਆਏਗੀ। ਹੁਕਮ ਦੇ ਅੰਦਰ ਚੱਲਦਿਆਂ ਹੋਇਆਂ ਰੱਬੀ ਦਰ ਤੇ ਪ੍ਰਵਾਨ ਹੋ ਜਾਵੋਗੇ। ਤਾਂ ਇਸ ਪਾਵਨ ਸ਼ਲੋਕ ਚੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਕੀ ਮਿਲਿਆ? ਕਿ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ, ਮਨ, ਬਚਨ ਔਰ ਕਰਮ ਕਰਕੇ। ਜੇ ਸਾਡੇ ਅੰਦਰ ਕਿਤੇ ਦੋਸ਼ ਨੇ, ਉਹਨਾਂ ਦੋਸ਼ਾਂ ਨੂੰ ਦੂਰ ਕਰਨਾ ਹੈ ਔਰ ਰੱਬੀ ਰਜ਼ਾ ਦੇ ਅੰਦਰ ਰਹਿਣਾ ਹੈ। ਬਾਕੀ ਕਰਮ ਕਾਂਡਾਂ ਦਾ ਤਿਆਗ ਕਰ ਦੇਣਾ ਹੈ, ਕਿਉਂਕਿ ਬਾਕੀ ਜਿੰਨੇ ਵੀ ਕਰਮ ਕਾਂਡ ਨੇ, ਕੋਈ ਕੁਝ ਵੀ ਕਹਿੰਦਾ ਰਹੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਵੇਖਣਾ ਹੈ ਕਿ ਸਾਡੇ ਵਾਸਤੇ ਗੁਰੂ ਦਾ ਕੀ ਹੁਕਮ ਹੈ, ਰੱਬੀ ਰਜ਼ਾ ਕੀ ਹੈ, ਸ਼ੁਭ ਗੁਣ ਕੀ ਨੇ, ਗੁਰਬਾਣੀ ਦਾ ਸਾਡੇ ਵਾਸਤੇ ਕੀ ਉਪਦੇਸ਼ ਹੈ। ਅਸੀਂ ਇਹ ਚੀਜ਼ ਵੇਖਣੀ ਹੈ ਔਰ ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ। ਹੁਣ ਹੋਰ ਕੋਈ ਬੰਦਾ, ਕੋਈ ਬਾਬਾ, ਕੋਈ ਹੋਰ ਕੋਈ ਵੀ ਮਨੁੱਖ ਜੇ ਸਾਨੂੰ ਕਹੇ, ਜਿਵੇਂ ਆਮ ਕਰਕੇ ਕਿਹਾ ਜਾਂਦਾ ਹੈ, ਜਿਵੇਂ ਤੁਸੀਂ ਵੇਖੋਗੇ ਕੁਝ ਪੁਸਤਕਾਂ ਨੇ, ਜਿਵੇਂ ਦੁੱਖ ਭੰਜਨੀ ਹੈ, ਜਿਹਨੂੰ ਗੁਟਕਾ ਵੀ ਕਿਹਾ ਜਾਂਦਾ, ਦੁੱਖ ਭੰਜਨੀ ਸਾਹਿਬ ਕਰਕੇ ਕਹਿੰਦੇ ਨੇ, ਦੁੱਖ ਭੰਜਨੀ ਹੈ, ਸ਼ਰਧਾ ਪੂਰਨ ਹੈ, ਸੰਕਟ ਮੋਚਨ ਹੈ। ਇਹ ਤਿੰਨ ਛੋਟੀਆਂ ਛੋਟੀਆਂ ਪੁਸਤਕਾਂ ਜਿਨ੍ਹਾਂ ਵਿੱਚ ਗੁਰਬਾਣੀ ਦੇ ਸ਼ਬਦ ਲਿਖੇ ਨੇ ਔਰ ਨਾਲ ਲਿਖਿਆ ਹੈ ਕਿ ਜੇ ਤੁਸੀਂ ਇਹ ਸ਼ਬਦ ਇੰਨੀ ਵਾਰ ਪੜੋਗੇ ਤਾਂ ਤੁਹਾਡੇ ਦੁੱਖ ਦੂਰ ਹੋਣਗੇ, ਇਹ ਸ਼ਬਦ ਇੰਨੀ ਵਾਰ ਪੜੋਗੇ ਤੁਹਾਡਾ ਮੁਕੱਦਮਾ ਜਿੱਤਿਆ ਜਾਏਗਾ, ਇਹ ਸ਼ਬਦ ਇੰਨੀ ਵਾਰ ਪੜੋਗੇ ਤੇ ਤੁਹਾਡੇ ਘਰ ਪੁੱਤਰ ਹੋਏਗਾ ਜਾਂ ਬੱਚਾ ਹੋਏਗਾ, ਐਸਾ ਕੁਝ ਲਿਖਿਆ ਹੈ। ਲੇਕਿਨ ਗੁਰਬਾਣੀ ਦੇ ਵਿੱਚ ਪ੍ਰਮਾਣ ਨਹੀਂ ਮਿਲਦੇ। ਇੱਕ ਵੀ ਪ੍ਰਮਾਣ ਤੁਹਾਨੂੰ ਗੁਰਬਾਣੀ ਚੋਂ ਨਹੀਂ ਮਿਲੇਗਾ ਕਿ ਇਹ ਸ਼ਬਦ ਨੂੰ ਇੰਨੀ ਵਾਰੀ ਪੜੋ ਤੇ ਬੱਚਾ ਜਨਮੇਗਾ। ਇਹ ਸਾਡੇ ਬਣਾਏ ਹੋਏ ਨੇ ਲੋਕਾਂ ਦੇ, ਤਾਂ ਸਾਨੂੰ ਉਹ ਚੀਜ਼ਾਂ ਨਕਾਰਨੀਆਂ ਪੈਣਗੀਆਂ। ਇੱਥੇ ਤਾਂ ਹੁਕਮ ਰਜ਼ਾਈ ਚੱਲਣਾ ਦੀ ਗੱਲ ਹੈ। ਤਾਂ ਗੁਰੂ ਦੇ ਮਾਰਗ ਨੂੰ ਆਮ ਬੰਦਾ ਛੱਡ ਕੇ ਤੇ ਬੰਦਿਆਂ ਦੇ ਮਾਰਗ ਤੇ ਜਦੋਂ ਪੈ ਜਾਂਦਾ ਨਾ, ਉਦੋਂ ਬੰਦਾ ਭਰਮ ਭੁਲੇਖੇ ਵਿੱਚ ਪੈ ਜਾਂਦਾ। ਫਿਰ ਅਸੀਂ ਕਹਿੰਦੇ ਆ ਫਲਾਂ ਬਾਬਾ ਤੇ ਇੰਜ ਕਹਿੰਦਾ ਸੀ, ਉਹ ਪ੍ਰਚਾਰਕ ਇੰਜ ਕਹਿੰਦਾ ਸੀ, ਦੂਜਾ ਪ੍ਰਚਾਰਕ ਇੰਜ ਕਹਿੰਦਾ ਸੀ, ਤੀਜਾ ਇੰਜ ਕਹਿੰਦਾ ਸੀ। ਜਿਵੇਂ ਹੁਣ ਅਸੀਂ ਹੀ ਆਪਣੀ ਗੱਲ ਕਰੀਏ ਤਾਂ ਹੁਣ ਮੈਂ ਕੁਝ ਵਿਚਾਰ ਦੇ ਰਿਹਾ, ਆਪ ਦੇ ਨਾਲ ਸਾਂਝੇ ਕਰ ਰਿਹਾ, ਤੇ ਜੇ ਕੱਲ ਨੂੰ ਤੁਸੀਂ ਕਿਸੇ ਹੋਰ ਪ੍ਰਚਾਰਕ ਵੀਰ ਨੂੰ ਸੱਦੋ ਤਾਂ ਉਹ ਆਣ ਕੇ ਕੁਝ ਹੋਰ ਕਹੇਗਾ, ਪਰਸੋਂ ਕਿਸੇ ਹੋਰ ਨੂੰ ਬੁਲਾਓਗੇ ਤੇ ਕੁਝ ਹੋਰ ਕਹੇਗਾ, ਤਾਂ ਕਨਫਿਊਜ਼ਨ ਹੋ ਗਈ ਨਾ।
इसलिए गुरु की गल समझनी है, असी खुद समझना है, बाणी आप समझने का यत्न करना है। गुरु के राह नहीं छड्डना। कोई कुछ भी कहे ਉਹਦੇ ਨਾਲ कोई लेना देना नहीं। जिस दिन साडे अंदर ये जरूरत पैदा हो गई, जिस दिन साडे अंदर ये विश्वास पैदा हो गया, गुरबाणी की समझ आ गई और गुरबाणी मुताबिक असी जीवन शुरू कर दिता, उस दिन जीवन पवित्र हो जाएगा, उस दिन जीवन बदल जाएगा। ਤੇ ਜੇ ਅਸੀਂ ਇਸੇ ਚੱਕਰ ਵਿੱਚ ਪੈ ਰਹੇ ਕਿ ਫਲਾਂ ਬੰਦਾ ਇੰਜ ਕਹਿੰਦਾ ਹੈ, ਦੂਜਾ ਇੰਜ ਕਹਿੰਦਾ ਹੈ, ਤੀਜਾ ਇੰਜ ਕਹਿੰਦਾ ਹੈ, ਤਾਂ ਉੱਥੇ ਦੇ ਉੱਥੇ ਹੀ ਅੜੇ ਰਾਂਗੇ। ਇਸ ਲਈ ਕਬੀਰ ਜੀ ਸਾਨੂੰ ਕਹਿ ਰਹੇ ਨੇ ਕਿ ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਗੁਰੂ ਦਾ ਰਾਸਤਾ ਨਾ ਛੱਡੋ, ਗੁਰੂ ਦੇ ਰਾਸਤੇ ਤੇ ਦ੍ਰਿੜਤਾ ਦੇ ਨਾਲ ਤੁਰਦੇ ਚਲੇ ਜਾਓ, ਕਿਉਂਕਿ ਗੁਰੂ ਦੀ ਵਿਚਾਰਧਾਰਾ ਨੂੰ ਵੇਖ ਕੇ ਤੁਸੀਂ ਪਤਿਤ ਤੋਂ ਪੁਨੀਤ ਹੋ ਜਾਓਗੇ ਔਰ ਗੁਰੂ ਨੂੰ ਮਿਲ ਕੇ ਤੁਸੀਂ ਪ੍ਰਭੂ ਦੇ ਗੁਣ ਗਾਓਗੇ और गुणी प्रभु के अंदर समा जाओगे। अगला वचन करते हैं कबीर, साकत संग ना कीजिए, दूर है जाइए भाग, बासन कारो परसिए, तो कछ लागे दाग। पहले श्लोक विच क्या है कि गुरु का रास्ता ना छड्डो, गुरु के रास्ते ते चलते जाओ। ਤੇ ਅਗਲੇ ਸ਼ਲੋਕ ਦੇ ਅੰਦਰ ਹੋਰ ਸੁਚੇਤ ਕਰ ਰਹੇ ਨੇ ਕਿ ਸਾਕਤ ਸੰਗ ਨਾ ਕੀਜੀਏ। ਸਾਕਤ ਦਾ ਮਤਲਬ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੈ, ਜੋ ਸੱਚ ਨਾਲੋਂ ਰੱਬੀ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਹੈ। ਸੰਗ ਨਾ ਕੀਜੀਏ ਦਾ ਮਤਲਬ ਉਹਦੀ ਸੰਗਤ ਨਾ ਕਰੋ। ਦੂਰ ਰਹਿ ਜਾਈਏ ਭਾਗ, ਭਾਗ ਜਾਈਏ ਦਾ ਮਤਲਬ ਭੱਜ ਜਾਣਾ ਚਾਹੀਦਾ ਹੈ। ਦੂਰੇ ਦਾ ਮਤਲਬ ਦੂਰ ਤੋਂ, ਯਾਨੀ ਜੋ ਰੱਬ ਨਾਲੋਂ ਟੁੱਟਿਆ ਹੈ, ਸ਼ੁਭ ਗੁਣਾਂ ਨਾਲੋਂ ਟੁੱਟਿਆ ਹੈ, ਉਹਦੀ ਸੰਗਤ ਨਹੀਂ ਕਰਨੀ ਚਾਹੀਦੀ, ਉਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ। ਹੁਣ ਇੱਥੇ ਸੰਗਤ ਨੂੰ ਸਮਝ ਲੈਣਾ, ਸੰਗਤ ਕੀ ਹੈ। ਸੰਗਤ ਇਹ ਹੈ ਕਿ ਮੰਨ ਲਓ ਹੁਣ ਮੈਂ ਸੱਚ ਬੋਲ ਰਿਹਾ ਤਾਂ ਇਹਦਾ ਮਤਲਬ ਮੈਂ ਸੱਚ ਦੀ ਸੰਗਤ ਕਰ ਰਿਹਾ। ਪਰ ਜੇ ਮੈਂ ਗੁਰਦੁਆਰਾ ਸਾਹਿਬ ਹੀ ਬੈਠਾ ਹਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਥਾ ਕੀਰਤਨ ਸੁਣ ਕੇ ਬਾਹਰ ਨਿਕਲਿਆ ਹਾਂ ਤੇ ਮੇਰੇ ਤੋਂ ਕੋਈ ਗੱਲ ਪੁੱਛੇ ਤੇ ਮੈਂ ਉਹਨੂੰ ਝੂਠ ਬੋਲ ਦਿਆਂ, ਤਾਂ ਇਹਦਾ ਮਤਲਬ ਹੁਣ ਮੈਂ ਝੂਠ ਦੀ ਸੰਗਤ ਕਰ ਰਿਹਾ। ਮੇਰੀ ਸੁਰਤ ਕਿੱਥੇ ਜੁੜੀ ਹੈ? ਗੱਲ ਇਹ ਹੈ ਕਿ ਅਸੀਂ ਕਰਮ ਕੀ ਕਰਦੇ ਹਾਂ। ਜੇ ਮੈਂ ਝੂਠ ਬੋਲਦਾ ਤਾਂ ਝੂਠ ਦੀ ਸੰਗਤ ਕਰ ਰਿਹਾ, ਜੇ ਮੈਂ ਲੋਭ ਬੋਲ ਰਿਹਾ ਤਾਂ ਲੋਭ ਦੀ ਸੰਗਤ ਕਰ ਰਿਹਾ। ਤਾਂ ਸਾਕਤ ਸੰਗ ਦਾ ਮਤਲਬ ਹੈ ਕਿ ਜਿਹੜੇ ਕੰਮ ਰੱਬ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਕਰ ਰਿਹਾ ਹੈ ਉਹ ਕੰਮ ਨਾ ਕਰੋ। ਵਿਕਾਰੀ ਬੰਦੇ ਦੀ ਸੰਗਤ ਨਾ ਕਰੋ, ਉਹ ਕਰਮ ਨਾ ਕਰੋ। ਉਹਦਾ ਰੀਜ਼ਨ ਦੱਸਦੇ ਨੇ ਕਿਉਂ ਉਹਦੇ ਤੋਂ ਦੂਰ ਰਹਿਣਾ ਹੈ, ਉਹਦੀ ਸੰਗਤ ਕਿਉਂ ਨਹੀਂ ਕਰਨੀ। ਕਿਉਂਕਿ ਬਾਸਨ ਕਾਰੋ ਪਰਸੀਐ, ਤੋ ਕਛ ਲਾਗੇ ਦਾਗ। ਕਾਰੋ ਦਾ ਮਤਲਬ ਕਾਲਾ, ਬਾਸਨ ਦਾ ਮਤਲਬ ਭਾਂਡਾ, ਤੋ ਦਾ ਮਤਲਬ ਤਾਂ, ਕਛ ਦਾ ਮਤਲਬ ਕੁਛ ਕੁ ਥੋੜਾ ਜਿਹਾ, ਦਾਗ ਦਾ ਮਤਲਬ ਧੱਬਾ। ਜੇ ਕਾਲੇ ਭਾਂਡੇ ਨੂੰ ਟੱਚ ਕਰੋਗੇ, ਛੂਓਗੇ, ਤਾਂ ਥੋੜਾ ਬਹੁਤਾ ਦਾਗ ਤੇ ਲੱਗ ਜਾਏਗਾ ਨਾ। ਹੁਣ ਬਰਤਨ ਪਏ ਨੇ ਕਾਲਖ ਦੇ ਨਾਲ ਲਿਬੜੇ ਹੋਏ, ਤੇ ਤੁਸੀਂ ਉਹਨਾਂ ਨੂੰ ਟੱਚ ਕਰੋਗੇ, ਕੋਈ ਨਾ ਕੋਈ ਦਾਗ ਤੇ ਲੱਗੇਗਾ। ਥਿੰਦੇ ਬਰਤਨ ਨੂੰ ਫੜੋਗੇ, ਥਿੰਦਿਆਈ ਤੇ ਹੱਥ ਨੂੰ ਲੱਗੇਗੀ। ਕਾਲੇ ਭਾਂਡਿਆਂ ਦੇ ਵਿੱਚ ਵੜੋਗੇ, ਜੇ ਚਿੱਟੇ ਕੱਪੜੇ ਪਾਏ ਨੇ, ਮਾੜਾ ਮੋਟਾ ਵੀ ਨਾਲ ਲੱਗ ਗਿਆ ਤੇ ਉਹਨੂੰ ਦਾਗ ਛੋਟਾ ਮੋਟਾ ਤੇ ਲੱਗ ਜਾਣਾ ਹੈ। ਇਸੇ ਤਰ੍ਹਾਂ ਕਬੀਰ ਜੀ ਸਮਝਾ ਰਹੇ ਹਨ ਕਿ ਜੇ ਵਿਕਾਰੀ ਮਨੁੱਖਾਂ ਦੀ ਸੰਗਤ ਕਰੋਗੇ, ਉਹਨਾਂ ਦੇ ਵਿੱਚ ਬੈਠੋ ਉੱਠੋਗੇ, ਤਾਂ ਕੋਈ ਨਾ ਕੋਈ ਵਿਕਾਰ ਤੁਹਾਡੇ ਅੰਦਰ ਘਰ ਕਰ ਜਾਏਗਾ। ਜੇ ਤੁਸੀਂ ਵਿਕਾਰ ਨਹੀਂ ਵੀ ਕਮਾਓਗੇ ਤਾਂ ਬਦਨਾਮੀ ਤਾਂ ਖੱਟੋਗੇ ਨਾ, ਬਦਨਾਮ ਤੇ ਹੋ ਹੀ ਜਾਓਗੇ। ਆਮ ਲੋਕ ਕਹਿੰਦੇ ਨੇ ਨਾ ਕਿ ਬਦ ਨਾਲੋਂ ਬਦਨਾਮ ਬੁਰਾ ਹੁੰਦਾ ਹੈ, ਤੇ ਅਸੀਂ ਦੇਖਦੇ ਹਾਂ ਜੇ ਵਿਕਾਰੀਆਂ ਦੀ ਸੰਗਤ ਕਰੋਗੇ, ਕੋਈ ਸ਼ਰਾਬ ਪੀਣ ਵਾਲਾ ਹੈ ਜਾਂ ਜੂਆ ਖੇਲਣ ਵਾਲਾ ਹੈ ਜਾਂ ਝੂਠ ਬੋਲਣ ਵਾਲਾ ਜਾਂ ਕਰੈਕਟਰਲੈਸ ਹੈ, ਯਾਨੀ ਕੋਈ ਵੀ ਵਿਕਾਰ ਕਮਾਉਣ ਵਾਲਾ ਬੰਦਾ ਹੈ, ਜੇ ਉਹਨਾਂ ਦੇ ਨਾਲ ਜ਼ਿਆਦਾ ਬੈਠੋ ਉੱਠੋਗੇ ਤਾਂ ਲੋਕ ਇਹ ਕਹਿਣਗੇ ਵੀ ਇਹ ਵੀ ਐਵੇਂ ਦਾ ਹੀ ਹੋਣਾ, ਐਵੇਂ ਥੋੜੀ ਉੱਥੇ ਜਾਂਦਾ ਹੈ। ਯਾਨੀ ਕੋਈ ਨਾ ਕੋਈ ਦਾਗ ਲੱਗੇਗਾ ਨਾ, ਵਿਕਾਰ ਆ ਜਾਏਗਾ। ਕੋਈ ਨਾ ਕੋਈ ਤੁਸੀਂ ਜੂਆ ਖੇਲਣ ਵਾਲੇ ਕੋਲ ਬੈਠੋਗੇ ਤਾਂ ਉਹ ਕਹੇਗਾ ਯਾਰ ਲਾ ਲਾ ਇੱਕ ਦਾ ਲਾ ਕੇ ਵੇਖ ਤੇ ਸਹੀ। ਹੋ ਸਕਦਾ ਹੈ ਤੁਸੀਂ ਕਿਸ ਦਿਨ ਦਾ ਲਾ ਲਓ, ਤੁਸੀਂ ਦਾਵ ਲਾ ਦਿਓ ਤੇ ਤੁਸੀਂ ਜਿੱਤ ਜਾਓ ਤੇ ਤੁਹਾਨੂੰ ਝੱਸ ਪੈ ਜਾਏ ਤੇ ਆਉਣ ਵਾਲੇ ਸਮੇਂ 'ਚ ਸਾਰੀ ਪ੍ਰੋਪਰਟੀ ਗਵਾ ਲਓ। ਯਾਨੀ ਕਹਿਣ ਦਾ ਮਤਲਬ ਕਿ ਜਿਹੋ ਜਿਹੀ ਅਸੀਂ ਸੰਗਤ ਕਰਾਂਗੇ
ਉਹਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ। ਚੰਗਿਆਂ ਦੀ ਸੰਗਤ ਵਿੱਚ ਰਹਾਂਗੇ, ਸਾਡੇ ਅੰਦਰ ਪੋਜ਼ਿਟਿਵਿਟੀ ਆਏਗੀ, ਸਕਾਰਾਤਮਕਤਾ ਆਏਗੀ, ਸ਼ੁਭ ਗੁਣ ਆਉਣਗੇ, ਚੰਗਾ ਸੁਭਾਅ ਬਣੇਗਾ, ਸਾਡੇ ਅੰਦਰ ਉਤਸ਼ਾਹ ਪੈਦਾ ਹੋਏਗਾ। ਤੇ ਜੇ ਮਾੜੇ ਬੰਦਿਆਂ ਦੀ ਸੰਗਤ ਵਿੱਚ ਬਵਾਂਗੇ ਤੇ ਫਿਰ ਸਾਡੇ ਅੰਦਰ ਵੀ ਵਿਚਾਰ ਆ ਸਕਦਾ, ਯਾਰ ਇਹ ਇੰਨੇ ਮਾੜੇ ਕੰਮ ਕਰਦੇ ਨੇ, ਇਹਨਾਂ ਦਾ ਕੁਝ ਨਹੀਂ ਵਿਗੜਿਆ ਤੇ ਮੇਰਾ ਕੁਝ ਵਿਗੜ ਜਾਏਗਾ। ਇਹ ਰਿਸ਼ਵਤ ਲੈ ਲੈ ਕੇ ਐਡਾ ਅਮੀਰ ਹੋ ਗਿਆ ਹੈ ਇਹ ਬੰਦਾ, ਜੇ ਨਸ਼ਿਆਂ ਦੀ ਤਸਕਰੀ ਕਰਦਾ ਹੈ ਤੇ ਕਿੰਨੀ ਛੇਤੀ ਅਮੀਰ ਹੋਇਆ। ਹੋ ਸਕਦਾ ਵਿਚਾਰ ਬਣ ਜਾਏ ਤੇ ਬੰਦਾ ਵਿਕਾਰਾਂ ਵਿੱਚ ਪੈ ਜਾਏ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਮਾੜੇ ਲੋਕਾਂ ਦੀ ਸੰਗਤ ਨਾ ਕਰੋ, ਕਿਉਂਕਿ ਜੇ ਸੰਗਤ ਕਰੋਗੇ, ਜਿਵੇਂ ਕਾਲੇ ਭਾਂਡੇ ਨੂੰ ਟੱਚ ਕਰੀਏ ਤਾਂ ਕੋਈ ਨਾ ਕੋਈ ਦਾਗ ਧੱਬਾ ਲੱਗ ਜਾਂਦਾ ਹੈ, ਇਸੇ ਤਰ੍ਹਾਂ ਵਿਕਾਰੀ ਬੰਦਿਆਂ ਦੀ ਸੰਗਤ ਕਰੋਗੇ ਤਾਂ ਕੋਈ ਨਾ ਕੋਈ ਦਾਗ ਲੱਗ ਜਾਏਗਾ। ਇਸ ਲਈ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਜਾਓ, ਵਿਕਾਰੀਆਂ ਦੀ ਸੰਗਤ ਤੋਂ ਬਚਣ ਦਾ ਯਤਨ ਕਰੋ। ਕਬੀਰ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ, ਲਾਗੀ ਮੰਦਰ ਦਵਾਰ ਤੇ, ਅਬ ਕਿਆ ਕਾਢਿਆ ਜਾਏ। ਜਰਾ ਦਾ ਮਤਲਬ ਹੈ ਬੁਢੇਪਾ। ਰਾਮ ਨਾ ਚੇਤਿਓ ਦਾ ਮਤਲਬ ਯਾਦ ਨਹੀਂ ਕੀਤਾ ਰਮੇ ਹੋਏ ਪ੍ਰਭੂ ਨੂੰ। ਲਾਗੀ ਦਾ ਮਤਲਬ ਜੇ ਅੱਗ ਲੱਗ ਜਾਏ, ਲਾਗੀ ਦਾ ਮਤਲਬ ਲੱਗ ਗਈ। ਮੰਦਰ ਦਾ ਮਤਲਬ ਘਰ, ਮੰਦਰ ਦਵਾਰ ਤੇ ਦਾ ਮਤਲਬ ਘਰ ਦੇ ਬੂਹੇ ਤੋਂ। ਅਬ ਦਾ ਮਤਲਬ ਹੁਣ, ਕਿਆ ਦਾ ਮਤਲਬ ਕੀ, ਕਾਢਿਆ ਜਾਏ ਦਾ ਮਤਲਬ ਕੱਢਿਆ ਜਾ ਸਕਦਾ ਹੈ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਰਾਮ ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਰਾਮ ਦਾ ਮਤਲਬ ਜੋ ਰਮਿਆ ਹੋਇਆ ਰੱਬ ਹੈ, ਸਾਰਿਆਂ ਦੇ ਅੰਦਰ ਜੋ ਸਮਾਇਆ ਹੋਇਆ ਹੈ, ਉਹਨੂੰ ਚੇਤੇ ਵਿੱਚ ਨਹੀਂ ਵਸਾਇਆ, ਉਹਦੇ ਗੁਣਾਂ ਨੂੰ ਚੇਤੇ ਵਿੱਚ ਨਹੀਂ ਵਸਾਇਆ। ਸੱਚ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਨਸਾਨੀਅਤ ਹੈ, ਦਇਆ ਹੈ, ਪ੍ਰੇਮ ਹੈ, ਸੇਵਾ ਹੈ, ਇਹਨਾਂ ਗੁਣਾਂ ਨੂੰ ਆਪਣੇ ਚੇਤੇ ਵਿੱਚ ਨਹੀਂ ਵਸਾਇਆ। ਤੇ ਜਰਾ ਪਹੁੰਚੋ ਆਏ ਦਾ ਮਤਲਬ ਬੁਢੇਪਾ ਆ ਗਿਆ। ਇੱਕ ਤਾਂ ਇਹ ਹੈ ਕਿ ਸਾਰੀ ਜ਼ਿੰਦਗੀ ਬੀਤ ਗਈ, ਬੁਢੇਪਾ ਆ ਗਿਆ, ਯਾਨੀ ਤੇਰੀ ਬਚਪਨ ਵੀ ਗਿਆ, ਜਵਾਨੀ ਵੀ ਗਈ, ਬੁਢੇਪਾ ਵੀ ਆ ਗਿਆ, ਹਾਲੇ ਵੀ ਤੂੰ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਿਆ। ਚਾਹੀਦਾ ਤੇ ਇਹ ਹੈ ਕਿ ਬਚਪਨ ਤੋਂ ਹੀ ਬੰਦਾ ਰੱਬੀ ਗੁਣਾਂ ਦੇ ਨਾਲ ਜੁੜਿਆ ਰਹੇ, ਜਵਾਨੀ ਵਿੱਚ ਜੁੜਿਆ ਰਹੇ, ਬੁਢੇਪੇ ਵਿੱਚ ਜੁੜਿਆ ਰਹੇ, ਕਿਉਂਕਿ ਤਿੰਨੇ ਅਵਸਥਾਵਾਂ ਨੇ ਤੇ ਰੱਬੀ ਗੁਣਾਂ ਤੋਂ ਬਿਨਾਂ ਤਿੰਨੇ ਹੀ ਬੇਕਾਰ ਨੇ। ਬਾਲ, ਜਵਾਨੀ ਅਰ ਬਿਰਧ ਫੁਨ, तीन अवस्था जान, कहो नानक हर भजन बिन, बिरथा सब ही मान। सारियां बेकार ने, चाहे बचपन, जवानी, बुढ़ेपा, रब्बी गुणा तो बिना तिन्ने ही अवस्थावां व्यर्थ ने, बेकार ने, दुखदाई ने। ते जे रब्बी गुणा दे नाल जुड़िया जाए ते तिन्ने ही जिहड़ियां अवस्थावां ने वो सुखदाई ने। हुण इत्थे एक गल समझण वाली है, बुढ़ेपे दी निशानी की हुंदी है। बुढ़ेपे की निशानी यह हुंदी है कि बुढ़ेपे विच आके ना अखां दी नज़र घट जाती है, चश्मा लग जाता है। बुढ़ेपे की निशानी यह है कि हत्थां दे नाल जवानी जिन्ना काम नहीं हुंदा, कुछ कीता नहीं जाता ना, पैरां दे नाल तुरिया नहीं जाता, कन्नां दे नाल सुनना घट हो जाता है, ते जबान दे नाल शुद्ध जिहड़े बचन ने वो नहीं बोले जाते। ऐसा हो जाता है ना, ये बुढ़ेपे दीयां निशानियां ने। ਹੁਣ ਗੱਲ ਇੱਥੇ ਹੋ ਰਹੀ ਹੈ ਮਾਨਸਿਕ ਬੁਢੇਪੇ ਦੀ। ਤੁਸੀਂ ਇਸ ਦੁਨੀਆ ਦੇ ਵਿੱਚ ਵੇਖੋਗੇ ਤੁਹਾਨੂੰ 25-25 30-30 ਸਾਲ ਦੇ ਬੁੱਢੇ ਮਿਲ ਜਾਣਗੇ, 25-30 ਸਾਲ ਦੀਆਂ ਬੁੱਢੀਆਂ ਬੁੱਢੇ, 35 ਸਾਲ ਦੇ ਬੁੱਢੇ, 18 ਸਾਲ ਦੇ ਬੁੱਢੇ, 22 ਸਾਲ ਦੇ ਬੁੱਢੇ। ਤੁਸੀਂ ਕਹੋਗੇ ਵੀ 25-30 ਸਾਲ ਦੇ ਬੁੱਢੇ ਇਹ ਕਿਵੇਂ ਹੋਇਆ? ਇਹ ਚੀਜ਼ ਸਮਝਣ ਵਾਲੀ ਹੈ। बुढ़ेपे की निशानी है कि अखां दे नाल दिसता नहीं ठीक, एक एक दे दो दो दिसते ने, झोला झोला दिसता है। ते जे जवान बच्चा 30-35 साल का, 20 साल का बेगानी धी भैन नूं गलत नज़र नाल वेखदा है, उहनूं वो अपनी धी भैन नहीं दिसती, झोला पैंदा है ना, तां अखां बुढ़ियां हो गईयां ना। सामने जोत जोत है, सोए वेखणी ते जोत सी, पर सानू जातां दिस रहीआं ने, अपने पराए दिस रहे ने, असीं सारिआं नाल रब वर्गा विहार नहीं ना करदे, तां अखां विच बुढ़ेपा आ गया। ਕੰਨਾਂ ਦੇ ਨਾਲ ਸੁਣਾਈ ਘੱਟ ਦਿੰਦਾ ਹੈ ਬੁਢੇਪੇ ਵਿੱਚ। ਹੁਣ ਜੇ ਸਾਡੇ ਸਾਹਮਣੇ ਕੋਈ ਸੱਚ ਬੋਲੇ ਤੇ ਅਸੀਂ ਸੁਣਨ ਲਈ ਤਿਆਰ ਨਹੀਂ ਹਾਂ। ਸੱਚ ਕਹੇ ਤੇ ਛੂ ਆਵੇ, ਸੱਚ ਜ਼ਹਿਰ ਦੀ ਤਰ੍ਹਾਂ ਕੌੜਾ ਲੱਗਦਾ ਹੈ। ਸੱਚੀ ਗੱਲ ਬੰਦਾ ਸੁਣਨ ਲਈ ਤਿਆਰ ਨਹੀਂ, ਝੂਠ ਸਾਰਾ
ਦਿਨ ਬੋਲੀ ਜਾਓ, ਲੋਕੀ ਸੁਣੀ ਜਾਣਗੇ। ਤਾਂ ਕੰਨ ਬੁੱਢੇ ਹੋ ਗਏ ਨਾ, ਬੁਢੇਪਾ ਆ ਗਿਆ, ਸੱਚ ਨਹੀਂ ਅਸੀਂ ਸੁਣਨਾ ਚਾਹੁੰਦੇ। ਜ਼ਬਾਨ ਦੇ ਨਾਲ ਬੰਦੇ ਤੋਂ ਸ਼ੁੱਧ ਬੋਲਿਆ ਨਹੀਂ ਜਾਂਦਾ ਬੁਢੇਪੇ ਵਿੱਚ। ਤੇ ਜਿਹੜਾ ਬੰਦਾ ਜਵਾਨ ਉਮਰ ਵਿੱਚ ਜਾਂ ਬੁਢੇਪੇ ਕਿਸੇ ਵੀ ਉਮਰ ਜੇ ਸੱਚ ਨਹੀਂ ਬੋਲ ਰਿਹਾ, ਪਿਆਰ ਵਾਲੇ ਬੋਲ ਨਹੀਂ ਬੋਲਦਾ, ਪਰਉਪਕਾਰ ਵਾਲੇ ਬੋਲ ਨਹੀਂ ਬੋਲਦਾ, ਤੇ ਜ਼ਬਾਨ ਤੇ ਬੁੱਢੀ ਹੋ ਗਈ। ਨਿੰਦਾ ਸਾਰਾ ਦਿਨ ਕਰੀ ਜਾਂਦਾ, ਜਪਜੀ ਸਾਹਿਬ ਦਾ ਪਾਠ ਕਰਨਾ ਪਵੇ ਨਹੀਂ ਕਰਦਾ। ਹੱਥਾਂ ਦੇ ਨਾਲ ਕੁਛ ਕੀਤਾ ਨਹੀਂ ਜਾਂਦਾ ਬੁਢੇਪੇ 'ਚ। ਤੇ ਜੇ ਹੱਥਾਂ ਦੇ ਨਾਲ ਆਪਣੇ ਮਾਂ-ਬਾਪ ਦੀ ਸੇਵਾ ਵੀ ਬੰਦਾ ਨਹੀਂ ਕਰਦਾ, ਕਿਸੇ ਦਾ ਸਹਿਯੋਗ ਨਹੀਂ ਕਰਦਾ, ਦਸਾਂ ਨਵਾਂ ਦੀ ਕਿਰਤ ਨਹੀਂ ਕਰਦਾ, ਤਾਂ ਬੁਢੇਪਾ ਆ ਗਿਆ ਨਾ। ਗੁਰਦੁਆਰਾ ਸਾਹਿਬ ਆ ਕੇ ਚੌਰ ਸਾਹਿਬ ਕਰਨ ਤੇ ਜੀ ਨਹੀਂ ਕਰਦਾ। ਰੋਟੀ ਖਾ ਕੇ ਆਪਣੀ ਥਾਲੀ ਵੀ ਧਰ ਜਾਂਦਾ, ਆਪਣੀ ਤੇ ਮਾਨ ਜਾ। ਬੁਢੇਪਾ ਆ ਗਿਆ ਨਾ। ਪੈਰਾਂ ਦੇ ਨਾਲ ਬੁੱਢੇ ਬਾਰੇ ਵਿੱਚ ਤੁਰਿਆ ਨਹੀਂ ਜਾਂਦਾ। ਬੰਦੇ ਕੋਲ ਠੇਕੇ ਸ਼ਰਾਬ ਦਾ ਹੈ, 50 ਕਿਲੋਮੀਟਰ ਦੂਰ ਚਲਾ ਜਾਂਦਾ ਹੈ। ਪਿਕਚਰ ਦੇਖਣੀ ਹੋਏ 50 ਕਿਲੋਮੀਟਰ ਦੂਰ ਚਲਾ ਜਾਂਦਾ ਹੈ, ਪਰ ਗੁਆਂਢ ਵਿੱਚ ਗੁਰਦੁਆਰਾ ਨਹੀਂ ਜਾਇਆ ਜਾਂਦਾ, ਸਿੱਧੇ ਰਾਹ ਤੇ ਨਹੀਂ ਤੁਰਦਾ। ਬੁਢੇਪਾ ਮਾਨਸਿਕ। ਕਬੀਰ ਜੀ ਕਹਿੰਦੇ ਨੇ, ਤੂੰ ਪ੍ਰਭੂ ਦੇ ਗੁਣਾਂ ਨੂੰ ਯਾਦ ਨਹੀਂ ਕੀਤਾ, ਤੂੰ ਤੇ ਬੁੱਢਾ ਹੋਇਆ ਪਿਆ, ਤੇਰੇ ਤੇ ਮਾਨਸਿਕ ਬੁਢੇਪਾ ਆਇਆ ਪਿਆ। ਤੇਰੇ ਅੰਦਰ ਪੋਜ਼ਿਟਿਵਿਟੀ ਹੈ ਹੀ ਨਹੀਂ, ਸਕਾਰਾਤਮਕਤਾ ਨਹੀਂ ਹੈ, ਵਿਲ ਪਾਵਰ ਨਹੀਂ ਹੈ। ਆਪਣੀ ਜ਼ਿੰਦਗੀ ਨੂੰ ਵੀ ਤੂੰ ਨਹੀਂ ਬਦਲ ਰਿਹਾ, ਸਮਾਜ ਵਿੱਚ ਵੀ ਕੱਖ ਨਹੀਂ ਕਰ ਰਿਹਾ, ਤੇਰੇ ਤੇ ਬੁਢੇਪਾ ਆ ਗਿਆ। ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ। ਜੇ ਮਕਾਨ ਨੂੰ ਅੱਗ ਲੱਗ ਜਾਏ ਨਾ ਪਿਛਲੇ ਪਾਸੋਂ, ਤਾਂ ਫਿਰ ਥੋੜਾ ਬਹੁਤਾ ਜਿਹੜਾ ਨਾ ਦਰਵਾਜ਼ਿਆਂ ਵਿੱਚੋਂ ਕੱਢ ਲਈਦਾ ਹੈ। ਤੇ ਹੁਣ ਜੇ ਅੱਗ ਹੀ ਦਰਵਾਜ਼ੇ ਵਾਲੇ ਪਾਸੇ ਲੱਗੀ ਹੋਵੇ ਤੇ ਉਹਦੇ ਵਿੱਚੋਂ ਕਿੰਨਾ ਕੁ ਸਮਾਨ ਕੱਢ ਲਓਗੇ, ਕਿਉਂਕਿ ਅੱਗ ਹੀ ਦਰਵਾਜ਼ੇ ਵੱਲੋਂ ਲੱਗਦੀ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਜੇ ਕਿਸੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬਹੁਤਾ ਕੁਝ ਸੜਨੋਂ ਬਚਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਜ਼ਿੰਦਗੀ ਦੇ ਅੰਦਰ ਵਿਕਾਰਾਂ ਦੀ ਅੱਗ ਲੱਗ ਜਾਏ ਨਾ, ਤਾਂ ਫਿਰ ਜੀਵਨ ਦੇ ਅੰਦਰ ਕੁਝ ਬਚਾਇਆ ਨਹੀਂ ਜਾ ਸਕਦਾ। ਜੇ ਜਵਾਨੀ ਬੀਤ ਗਈ, ਬਚਪਨ ਵੀ ਬੀਤ ਗਿਆ, ਜਵਾਨੀ ਵੀ ਬੀਤ ਗਈ, ਤੇ ਹੁਣ ਕਿੰਨਾ ਕੁ ਬਚਾ ਲੋਗੇ। ਹੁਣ ਤਾਂ ਅਬ ਪਛਤਾਏ ਕਿਆ ਹੋਤ ਹੈ ਜਬ ਚਿੜੀਆਂ ਚੁੱਗ ਗਈ ਖੇਤ। ਜਦੋਂ ਚਿੜੀਆਂ ਖੇਤ ਹੀ ਚੁੱਗ ਗਈਆਂ ਤੇ ਹੁਣ ਕੀ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਿਵੇਂ ਦਰਵਾਜ਼ੇ ਵੱਲੋਂ ਅੱਗ ਲੱਗੀ ਹੋਵੇ, ਬਹੁਤਾ ਕੁਛ ਨਹੀਂ ਨਾ ਬਚਾਇਆ ਜਾ ਸਕਦਾ। ਇਸ ਲਈ ਜੇ ਸੋਚ ਦੇ ਅੰਦਰ ਵਿਕਾਰਾਂ ਦੀ ਅੱਗ ਲੱਗ ਗਈ ਹੈ ਤਾਂ ਬਹੁਤਾ ਕੁਛ ਬਚਾ ਨਹੀਂ ਸਕੋਗੇ। ਇਸ ਲਈ ਇਸ ਅੱਗ ਨੂੰ ਬੁਝਾਉਣ ਦਾ ਯਤਨ ਕਰੋ, ਗੁਰੂ ਦੇ ਰਾਹ ਨੂੰ ਨਾ ਛੱਡੋ। ਜੇ ਗੁਰੂ ਦੇ ਰਾਹ ਨੂੰ ਛੱਡ ਦਿਓਗੇ, ਸਤ ਸੰਤੋਖ ਨੂੰ ਛੱਡ ਦਿਓਗੇ, ਇਹ ਵਿਕਾਰਾਂ ਦੀ ਅੱਗ ਲੱਗ ਜਾਏਗੀ। ਫਿਰ ਖੁਸ਼ੀਆਂ ਨੂੰ ਬਚਾ ਨਹੀਂ ਸਕੋਗੇ। ਖੁਸ਼ੀਆਂ ਕਿਵੇਂ ਬਚਾਓਗੇ? ਚੜ੍ਹਦੀ ਕਲਾ ਕਿਵੇਂ ਬਚੇਗੀ? ਪ੍ਰਸੰਨਤਾ ਕਿਵੇਂ ਬਚੇਗੀ? ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਸੁਚੇਤ ਰਹੋ, ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰੋ, ਵਿਕਾਰਾਂ ਦਾ ਜਿਹੜਾ ਹੈ ਉਹ ਤਿਆਗ ਕਰੋ, ਤੇ ਪ੍ਰਭੂ ਦੇ ਨਾਲ ਜੁੜ ਕੇ ਆਪਣੇ ਇਸ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੋ। ਐਵੇਂ ਇਸ ਜੀਵਨ ਨੂੰ ਅਜਾਈ ਨਾ ਗਵਾਓ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਅਸੀਂ ਆਪ ਕਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।